ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਪੈਸਾ ਤੇ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹੁੰਦੇ ਕਿ ਕੁਝ ਨਵੀਂ ਜਾਣਕਾਰੀ ਦਿੱਤੀ ਜਾ ਸਕੇ ਕੁਝ ਫਾਈਨੈਂਸ਼ੀਅਲ ਮੈਟਰਸ ਦੇ ਉੱਤੇ। ਸੋ ਪਿਛਲੇ ਲਗਭਗ 2-3 ਐਪੀਸੋਡਸ ਤੋਂ ਅਸੀਂ ਤੁਹਾਨੂੰ ਵਿਲ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ, ਅਸੀਂ ਤੁਹਾਨੂੰ ਪਾਵਰ ਆਫ ਅਟਰਨੀ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਕਿ ਕੈਨੇਡਾ ਵਿੱਚ ਇਹਨਾਂ ਚੀਜ਼ਾਂ ਦੀ ਕਿੰਨੀ ਜ਼ਰੂਰਤ ਹੈ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੇ ਵੱਲ ਵੀ ਧਿਆਨ ਦਈਏ। ਅੱਜ ਇਸ ਨੂੰ ਹੀ ਕੜੀ ਨੂੰ ਥੋੜਾ ਜਿਹਾ ਅੱਗੇ ਜੋੜਾਂਗੇ ਤੇ ਇਸ ਤੋਂ ਇਲਾਵਾ ਅਸੀਂ ਜਦੋਂ ਜਾਇਦਾਦ ਦੀ ਗੱਲ ਆਉਂਦੀ ਆ, ਜਾਇਦਾਦ ਦੇ ਵੇਲੇ ਪ੍ਰੋਬੇਟ ਕਰਵਾਉਣੀ ਕਿੰਨੀ ਜ਼ਰੂਰੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਅੱਗੇ ਕਿੰਨਾਂ ਨੂੰ ਵੰਡਣੀ ਹੈ, ਸਾਡੇ ਬੈਨੀਫੀਸ਼ੀਅਰੀਜ਼ ਨੂੰ ਵੰਡਣੀ ਆ, ਪ੍ਰੋਬੇਟ ਦਾ ਇਹਦੇ ਵਿੱਚ ਕੀ ਰੋਲ ਹੋ ਸਕਦਾ, ਪ੍ਰੋਬੇਟ ਕਰਵਾਉਣੀ ਕਿੰਨੀ ਜ਼ਰੂਰੀ ਹੈ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੈਗਾ, ਕੋਈ ਫਾਈਨੈਂਸ਼ੀਅਲ ਐਡਵਾਈਸ ਲੈਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟਰੂਪੈਕਸ ਫਾਈਨੈਂਸ਼ੀਅਲ ਤੋਂ ਮਿਸਟਰ ਵਿਕਰਮ ਜੰਜੂਆ ਜੀ। ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਮੈਮ। ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਸਰ। ਆਲਮੋਸਟ ਆਪਾਂ ਹਰ ਵਾਰੀ ਕੋਈ ਨਾ ਕੋਈ ਨਵਾਂ ਟੌਪਿਕ ਲੈ ਕੇ ਹਾਜ਼ਰ ਹੁੰਦੇ ਹਾਂ। ਪਿਛਲੀ ਵਾਰ ਦੀ ਕੜੀ ਨੂੰ ਇਸ ਵਾਰੀ ਆਪਾਂ ਜੋੜ ਰਹੇ ਹਾਂ। ਸੋ ਲਗਭਗ 2 ਵਾਰੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਨਵੇਂ ਮੁੱਦੇ ਨੇ ਜਿਹਦੇ ਬਾਰੇ ਵਿੱਚ ਬਹੁਤਿਆਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਵਾਰ ਵੀ ਜਿਹੜੇ ਤੁਸੀਂ ਟੌਪਿਕ ਲੈ ਕੇ ਆਏ ਹੋ ਉਹ ਵੀ ਕੁਝ ਡਿਫਰੈਂਟ ਟੌਪਿਕ ਹੈ। ਸੋ ਇਹਦੇ ਬਾਰੇ ਵੀ ਗੱਲ ਕਰਨੀ ਓਨੀ ਇੰਪੋਰਟੈਂਟ ਹੈ। ਸੋ ਅੱਜ ਆਪਾਂ ਜਿਵੇਂ ਗੱਲ ਕਰ ਰਹੇ ਹਾਂ, ਲਾਸਟ ਟਾਈਮ ਆਪਾਂ ਵਿਲ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਹੈ ਤੇ ਆਪਾਂ ਪਾਵਰ ਆਫ ਅਟਰਨੀ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਹੈ ਕਿ ਕਿੰਨੀ ਜ਼ਰੂਰੀ ਹੈ, ਬਣਾਉਣੀ ਬਹੁਤ ਜ਼ਰੂਰੀ ਹੈ। ਸੋ ਜਿਨ੍ਹਾਂ ਕੋਲ ਨਹੀਂ ਹੈਗੀ, ਇਹ ਨਹੀਂ ਬਣਾਈ ਗਈ ਹੈਗੀ, ਤਾਂ ਫਿਰ ਉਹ ਕੀ ਕਰਨ? ਦੇਖੋ ਤਰੁਣ ਜੀ, ਪਹਿਲੇ ਤਾਂ ਸਭ ਤੋਂ ਪਹਿਲਾਂ ਜਿੱਦਾਂ ਇਹ ਟੌਪਿਕ ਅੱਜ ਦਾ ਹੈਗਾ, ਇਹ ਵੀ ਉਸੇ ਟੌਪਿਕ ਦੀ ਕੜੀ ਹੈ ਕਿਉਂਕਿ ਤਿੰਨੋਂ ਚੀਜ਼ਾਂ ਰਲਦੀਆਂ ਨੇ। ਵਿਲ, ਪਾਵਰ ਆਫ ਅਟਾਰਨੀ, ਤਾਂ ਅੱਜ ਅਸੀਂ ਪ੍ਰੋਬੇਟ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਹੁਣ ਪਹਿਲੇ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਜਿਨ੍ਹਾਂ ਕੋਲ ਨਹੀਂ ਹੈ, ਪਹਿਲੇ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਜਦੋਂ ਵਿਲ ਹੁੰਦੀ ਹੈਗੀ ਤਾਂ ਕੀ ਫਾਇਦੇ ਹੈਗੇ ਹਨ ਜਾਂ ਪਾਵਰ ਆਫ ਅਟਾਰਨੀ ਕੀ ਕਰਦੀ ਹੈ ਕੀ ਆ। ਕਿਉਂਕਿ ਬੇਸਿਕਲੀ ਪਾਵਰ ਆਫ ਅਟਾਰਨੀ ਇੱਕ ਮੁਖਤਿਆਰਨਾਮਾ, ਜਿਹਨੂੰ ਅਸੀਂ ਸਰਲ ਭਾਸ਼ਾ 'ਚ ਕਹਿ ਦਿੰਦੇ ਹਾਂ ਕਿ ਮੈਂ ਕਿਸੇ ਨੂੰ ਆਪਣੇ ਫਾਈਨੈਂਸ਼ੀਅਲ ਮੈਟਰ ਡੀਲ ਕਰਨ ਦੀ ਅਥਾਰਟੀ ਦੇ ਰਿਹਾ ਹਾਂ ਕਿ ਜੇ ਉਹਨੂੰ ਕਿਸੇ ਤਰੀਕੇ ਦੀ ਕੋਈ ਫਾਈਨੈਂਸ਼ੀਅਲ ਡੀਲਿੰਗ ਕਰਨੀ ਹੈਗੀ ਹੈ ਤਾਂ ਮੈਂ ਉਹਨੂੰ ਇਖਤਿਆਰ ਦਿੱਤਾ ਕਿ ਉਹ ਮੇਰੀ ਬਜਾਏ ਉਹ ਸਟੈਪ ਲੈ ਸਕਦਾ ਜਾਂ ਫੈਸਲਾ ਲੈ ਸਕਦਾ ਹੈਗਾ। ਇੱਦਾਂ ਹੀ ਉਹਦੇ ਵਿੱਚ ਇੱਕ ਐਂਡਿਊਰਿੰਗ ਪਾਵਰ ਆਫ ਅਟਾਰਨੀ ਸੀ ਜਿਹਦੇ ਵਿੱਚ ਕਿ ਅਗਰ ਮੈਂ ਇਨਕੈਪੈਸੀਟੇਟਡ ਹੋ ਗਿਆ, ਮੈਂਟਲੀ ਮੈਂ ਸਟੇਬਲ ਨਹੀਂ ਰਿਹਾ, ਤੇ ਸਮਵਨ ਕੈਨ ਟੇਕ ਡਿਸੀਜਨ ਔਨ ਮਾਈ ਬਿਹਾਫ। ਇਹ ਪਾਵਰ ਆਫ ਅਟਾਰਨੀ ਹੋ ਗਈ। ਲੇਕਿਨ ਪਾਵਰ ਆਫ ਅਟਾਰਨੀ ਸਿਰਫ ਤਦ ਤੱਕ ਕੰਮ ਕਰਦੀ ਜਦ ਤੱਕ ਉਹ ਵਿਅਕਤੀ ਜ਼ਿੰਦਾ ਹੈ। ਜਦੋਂ ਵਿਅਕਤੀ ਦੀ ਡੈਥ ਹੋ ਜਾਂਦੀ ਹੈਗੀ ਤਾਂ ਫਿਰ ਉਸ ਤੋਂ ਬਾਅਦ ਵਿਲ ਕੰਮ ਕਰਦੀ ਹੈਗੀ। ਹੁਣ ਵਿਲ ਨੂੰ ਨਾਰਮਲੀ ਅਸੀਂ ਕਹਿੰਦੇ ਕਿ ਸਾਡੇ 2-4 ਪ੍ਰਾਪਰਟੀਜ਼ ਹੈਗੀਆਂ, ਉਂਗਲਾਂ ਤੇ ਅਸੀਂ ਗਿਣ ਸਕਦੇ ਹਾਂ, ਸਾਨੂੰ ਕੀ ਜ਼ਰੂਰਤ ਹੈਗੀ ਆ, ਆਟੋਮੈਟਿਕਲੀ ਇਹ ਸਾਡੇ ਤੋਂ ਬਾਅਦ ਸਾਡੀ ਵਾਈਫ ਜਾਂ ਸਾਡੇ ਬੱਚਿਆਂ ਨੂੰ ਚਲੀ ਜਾਵੇਗੀ। ਪਰ ਅਜਿਹਾ ਨਹੀਂ ਹੈ ਕਿਉਂਕਿ ਨਾ ਪਤਾ ਹੋਣ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਕੀ ਜ਼ਰੂਰਤ ਹੈ, ਐਵੇਂ $200-400-500 ਖਰਚਾਂਗੇ, ਵਿਲ ਬਣਾਵਾਂਗੇ, ਉਸ ਤੋਂ ਬਾਅਦ ਇਹ ਚੀਜ਼ ਹੈਗੀ ਕਿ ਅਸੀਂ ਫਿਰ ਜਦ ਪ੍ਰਾਪਰਟੀ ਆਪਣੇ ਬੱਚਿਆਂ ਨੂੰ ਜਾਂ ਆਪਣੀ ਵਾਈਫ ਨੂੰ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਏਗੀ, ਜਦਕਿ ਅਜਿਹਾ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਨਹੀਂ ਹੈ। ਸਾਨੂੰ ਅਗਰ ਵਿਲ ਬਣਾਈ ਹੈਗੀ ਆ, ਵਿਲ ਪਾਰਟਿਕੂਲਰ ਦੱਸੇਗੀ ਕਿ ਉਹ ਪ੍ਰਾਪਰਟੀ ਕਿਹਨੂੰ ਤੇ ਕਿਸ ਹਾਲਾਤਾਂ 'ਚ ਜਾਵੇਗੀ। ਠੀਕ ਹੈ। ਅਗਰ ਜੁਆਇੰਟ ਪ੍ਰਾਪਰਟੀ ਹੈਗੀ ਆ ਤੇ ਉਹ ਰੋਲ ਓਵਰ ਹੋ ਗਈ, ਲੇਕਿਨ ਅਗਰ ਉਹ ਸਿਰਫ ਮੇਰੇ ਨਾਮ ਤੇ ਪ੍ਰਾਪਰਟੀ ਹੈਗੀ ਆ ਤਾਂ ਨਾਓ ਮੇਰੀ ਪ੍ਰਾਪਰਟੀ ਹੈ, ਮੈਂ ਕਿਹਨੂੰ ਦੇਣਾ ਚਾਹੁੰਦਾ ਸੀ, ਉਹਦੇ ਕਿੰਨੇ ਵਾਰਿਸ ਹੈਗੇ ਨੇ, ਉਹ ਵਿਲ ਡਿਫਾਈਨ ਕਰਦੀ ਹੈਗੀ ਆ। ਹੁਣ ਅਗਰ ਵਿਲ ਮੈਂ ਬਣਾਈ ਨਹੀਂ ਤੇ ਹੁਣ ਵਿਲ ਨਾ ਬਣਾਉਣ ਦਾ ਨੁਕਸਾਨ ਕੀ ਹੋਇਆ ਕਿ ਹੁਣ ਡਿਫਾਈਨ ਕੌਣ ਕਰੇਗਾ ਕਿ ਉਸ ਪ੍ਰਾਪਰਟੀ ਨੂੰ ਜਾਂ ਉਸ ਇਨਵੈਸਟਮੈਂਟ ਨੂੰ ਜਾਂ ਜੋ ਕੁਝ ਵੀ ਮੈਂ ਜੋੜਿਆ ਹੁਣ ਤੱਕ, ਉਹਦਾ ਅਸਲੀ ਹੱਕਦਾਰ ਕੌਣ ਹੈ। ਹੋ ਸਕਦਾ ਹੈਗਾ ਕਿ ਅਗਰ ਮੈਂ ਵਿਲ ਨਾ ਬਣਾਈ ਤੇ ਕਾਨੂੰਨੀ ਤੌਰ ਦੇ ਉੱਤੇ ਅਗਰ ਉਹਦਾ ਉਹਨੂੰ ਵੰਡਿਆ ਜਾਵੇਗਾ ਤਾਂ ਉਸ ਵਿਅਕਤੀ ਨੂੰ ਵੀ ਮਿਲ ਜਾਵੇ ਜਿਹਨੂੰ ਮੈਂ ਨਹੀਂ ਦੇਣਾ ਚਾਹੁੰਦਾ ਸੀ, ਜਾਂ ਜਿਹਨੂੰ ਮੈਂ ਉਸ ਹਿਸਾਬ ਨਾਲ ਕੁਝ ਹੋਰ ਦੇਣਾ ਚਾਹੁੰਦਾ ਸੀ ਉਹਦੀ ਕਾਬਲੀਅਤ ਦੇ ਮੁਤਾਬਕ, ਲੇਕਿਨ ਕੁਝ ਹੁਣ ਮਿਲ ਰਿਹਾ ਹੈਗਾ। ਹੁਣ ਅਗਰ ਵਿਲ ਹੈਗੀ ਹੈ ਤਾਂ ਵਿਲ ਸਾਰੀ ਚੀਜ਼ਾਂ ਡਿਫਾਈਨ ਕਰਦੀ ਹੈਗੀ ਆ। ਹੁਣ ਮੈਂ ਛੋਟਾ ਜਿਹਾ ਕੁਝ ਸਿਨੈਰੀਓਜ਼ ਨਾਲ ਤੁਹਾਨੂੰ ਅਗਰ ਇਸ ਨੂੰ ਕਲੀਅਰ ਕਰਾਂ ਕਿ ਵਿਲ ਨਾ ਹੋਣ ਦਾ ਨੁਕਸਾਨ ਕੀ ਹੈਗਾ। ਹੁਣ ਫੋਰ ਐਗਜ਼ਾਮਪਲ ਹਸਬੈਂਡ ਵਾਈਫ, ਅਸੀਂ ਕੋਈ ਵੀ ਨਾਮ ਲੈ ਲੈਂਦੇ ਹਾਂ। ਫੋਰ ਐਗਜ਼ਾਮਪਲ ਆਪਾਂ ਜੌਨ ਤੇ ਮੈਰੀ ਦੀ ਐਗਜ਼ਾਮਪਲ ਲੈ ਲੈਂਦੇ ਹੈਗੇ। ਹੁਣ ਜੌਨ ਤੇ ਮੈਰੀ ਤੇ ਉਹਨਾਂ ਦਾ 2 ਬੱਚੇ ਉਹਨਾਂ ਦੇ, ਤੇ ਉਹਨਾਂ ਦੇ ਕੋਲ ਕੀ ਹੈਗਾ ਕਿ ਉਹ ਰੈਂਟਲ ਅਪਾਰਟਮੈਂਟ 'ਚ ਰਹਿੰਦੇ ਨੇ, ਪਰ ਉਹਨਾਂ ਕੋਲ ਇੱਕ ਇਨਵੈਸਟਮੈਂਟ ਪ੍ਰਾਪਰਟੀ ਹੈਗੀ ਹੈ, ਕਾਟੇਜ, ਜਿਹੜਾ ਕਿ ਉੱਥੋਂ ਰੈਂਟ ਵੀ ਆ ਰਿਹਾ ਹੈਗਾ ਤੇ ਦੇ ਆਰ ਹੈਪੀ ਵਿਦ ਦੈਟ। ਹੁਣ ਕੀ ਹੋਇਆ ਕਿ ਜੌਨ ਦੀ ਡੈਥ ਹੋ ਗਈ, ਲੇਕਿਨ ਉਸ ਬੰਦੇ ਨੇ ਵਿਲ ਨਹੀਂ ਕਰਵਾਈ। ਹੁਣ ਅਗਰ ਦੇਖਿਆ ਜਾਵੇ ਤਾਂ ਉਹਦੇ ਵਾਰਿਸ ਕੌਣ ਹੋਏ? ਉਹਦੀ ਵਾਈਫ ਤੇ ਉਹਦੇ 3 ਬੱਚੇ। ਹੁਣ ਅਗਰ ਵਿਲ ਦੇ ਵਿੱਚ ਉਹਨੇ ਲਿਖਿਆ ਹੁੰਦਾ ਜਾਂ ਉਹ ਪ੍ਰਾਪਰਟੀ ਜੁਆਇੰਟ ਹੁੰਦੀ ਤਾਂ ਉਹਦੀ ਵਾਈਫ ਨੂੰ ਆਟੋਮੈਟਿਕਲੀ ਰੋਲ ਓਵਰ ਹੋ ਜਾਣੀ ਸੀ। ਪਰ ਇਸ ਸਿਨੈਰੀਓ ਦੇ ਵਿੱਚ ਕੀ ਹੈਗਾ ਕਿ ਉਹ ਪ੍ਰਾਪਰਟੀ ਜਿਹੜੀ ਹੈਗੀ ਤਿੰਨਾਂ 'ਚ ਵੰਡੀ ਜਾਵੇਗੀ। ਠੀਕ ਹੈ, ਜੋ ਵੰਡ ਵੰਡਈਏ ਦਾ ਇੱਥੇ ਕਾਨੂੰਨ ਹੈਗਾ ਉਸ ਮੁਤਾਬਕ ਵਾਈਫ ਨੂੰ ਵੱਡਾ ਚੰਕ ਮਿਲਣਾ ਹੈਗਾ, ਲੇਕਿਨ ਹੁਣ ਉਹ ਪ੍ਰਾਪਰਟੀ ਜਿਹੜੀ ਹੈਗੀ ਆ 3 ਹਿੱਸਿਆਂ 'ਚ ਵੰਡੀ ਗਈ। ਜਿਸ ਹਿਸਾਬ ਨਾਲ ਵਾਈਫ ਨੂੰ ਮਿਲਣਾ ਹੈਗਾ ਉਹਦੇ ਹਿਸਾਬ ਨਾਲ ਉਸ ਤੋਂ ਬਾਅਦ 'ਚ ਬੱਚਿਆਂ ਨੂੰ ਜਿਹੜਾ 1/3 ਜਿਹੜਾ ਬੱਚਿਆਂ ਨੂੰ ਡਿਸਟਰੀਬਿਊਟ ਹੋਣਾ। ਹੁਣ ਉਸ ਦੇ ਵਿੱਚ ਕੀ ਹੋਇਆ ਕਿ ਅੱਗੇ ਚੱਲ ਕੇ ਹੁਣ ਵਾਈਫ ਦੇ ਕੋਲ ਸੋਰਸ ਆਫ ਇਨਕਮ ਨਹੀਂ ਹੈਗਾ ਐਂਡ ਸ਼ੀ ਵਾਂਟ ਟੂ ਸੈਲ ਦੈਟ ਪ੍ਰਾਪਰਟੀ, ਲੇਕਿਨ ਉਸ ਦੇ ਵਿੱਚ ਵਾਰਿਸ ਉਹ ਇਕੱਲੀ ਨਹੀਂ ਹੈਗੀ, 2 ਬਾਕੀ ਵੀ ਹੈਗੇ, ਬਟ ਦੇ ਡੋਂਟ ਵਾਂਟ ਟੂ ਸੈਲ ਦੈਟ। ਹੁਣ ਕੀ ਹੈਗਾ ਕਿ ਅਗਰ ਉਹੀ ਵਿਲ ਦੇ ਵਿੱਚ ਅਗਰ ਉਸ ਨੂੰ ਪੂਰਾ ਇਖਤਿਆਰ ਦਿੱਤਾ ਹੁੰਦਾ ਕਿ ਇਹ ਜਿਹੜੀ ਪ੍ਰਾਪਰਟੀ ਹੈਗੀ ਇਸ ਤਰੀਕੇ ਨਾਲ ਤੇ ਇਹਨੂੰ ਵੇਚਿਆ ਜਾ ਸਕਦਾ ਜਾਂ ਡਿਸਪੋਜ਼ ਆਫ ਕੀਤਾ ਜਾ ਸਕਦਾ ਹੈਗਾ, ਤਾਂ ਸ਼ਾਇਦ ਉਸ ਲੇਡੀ ਲਈ ਸੌਖਾ ਹੁੰਦਾ। ਸੈਕੰਡ ਸਿਨੈਰੀਓ ਹੈਗਾ ਕਿ ਮੰਨ ਲਓ ਇੱਕ ਬੱਚਾ
ਮਤਲਬ ਹਸਬੈਂਡ ਵਾਈਫ ਨੇ ਤਾਂ ਉਹਨਾਂ ਦਾ ਇੱਕ ਛੋਟਾ ਬੱਚਾ ਜਿਹੜਾ 14 ਸਾਲ ਦਾ ਹੈਗਾ ਜਾਂ 15 ਸਾਲ ਦਾ ਹੈਗਾ, ਮਤਲਬ ਮੇਜਰ ਨਹੀਂ ਹੈਗਾ ਅਜੇ, ਤੇ ਉਹਦੇ ਵਿੱਚੋਂ ਕਿਸੇ ਇੱਕ ਪਾਰਟਨਰ ਦੀ ਡੈਥ ਹੋ ਗਈ। ਹੁਣ ਉਸਦੇ ਕੋਲ ਇੱਕ ਇਨਵੈਸਟਮੈਂਟ ਪਈ ਸੀ ਜਿਹੜੀ ਕਿ ਉਹਨੇ ਵਿਲ ਨਹੀਂ ਕੀਤੀ ਹੈਗੀ, ਤਾਂ ਹੁਣ ਵਿਲ ਨਾ ਹੋਣ ਦੇ ਕਾਰਨ ਕਿ ਉਹਦੇ 2 ਵਾਰਿਸ ਹੈਗੇ ਨੇ, ਜਿਹੜਾ ਕਿ ਇੱਕ ਪਾਰਟਨਰ ਬਚ ਗਿਆ ਤੇ ਬੱਚਾ। ਹੁਣ ਬੱਚਾ ਛੋਟਾ ਹੈਗਾ ਆ ਤੇ ਉਹ ਜਦ ਤੱਕ ਮੇਜਰ ਨਹੀਂ ਹੁੰਦਾ ਤਦ ਤੱਕ ਉਹ ਪੈਸਾ ਟਰਸਟ ਵਿੱਚ ਪਿਆ ਰਹੇਗਾ। ਹੁਣ ਅਗਰ ਉਹ ਜਦੋਂ ਵੀ ਮੇਜਰ ਹੋਵੇਗਾ ਬੱਚਾ ਤੇ ਉਹ ਟਰਸਟ ਵਾਲਾ ਪੈਸਾ ਉਸ ਬੱਚੇ ਨੂੰ ਮਿਲ ਜਾਵੇਗਾ। ਹੁਣ ਉਹ ਬੱਚਾ ਕਿਸੇ ਅੱਛੀ ਜਗ੍ਹਾ ਤੇ ਇਨਵੈਸਟ ਕਰਨ ਦੀ ਬਜਾਏ ਆਪਣੇ ਲਈ ਕੋਈ ਕਾਰ ਜਾਂ ਕੋਈ ਉਹ ਚੀਜ਼ ਖਰੀਦ ਲੈਂਦੇ ਜਿਹੜੀ ਤੁਸੀਂ ਨਹੀਂ ਚਾਹੁੰਦੇ। ਹੁਣ ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਵਿਲ 'ਚ ਕੁਝ ਹੋਰ ਕਰਨਾ ਚਾਹੁੰਦੇ ਸੀ, ਜੇ ਤੁਸੀਂ ਵਿਲ ਲਿਖੀ ਹੁੰਦੀ ਤੁਸੀਂ ਡਿਕਟੇਟ ਕਰ ਸਕਦੇ ਸੀ ਇਹ ਚੀਜ਼ ਇਵੇਂ ਨਹੀਂ ਇਵੇਂ ਹੋਣੀ ਚਾਹੀਦੀ ਹੈਗੀ ਆ, ਪਰ ਹੁਣ ਤੁਸੀਂ ਕੋਈ ਵਿਲ ਨਹੀਂ ਬਣਾਈ। ਹੁਣ ਉਹਦਾ ਨੁਕਸਾਨ ਕੀ ਹੋਇਆ ਕਿ ਉਹ ਜਿਹੜਾ ਬੱਚਾ ਹੈਗਾ ਜਿਸ ਨੂੰ ਸ਼ਾਇਦ ਅਗਰ ਸਮਝ ਨਹੀਂ ਹੈਗੀ ਉਸ ਵੇਲੇ ਕਿ ਮੈਂ ਕਿੱਥੇ ਮੇਰੀ ਪ੍ਰਾਇੋਰਟੀ ਕੀ ਹੈਗੀ ਆ, ਉਹ ਉਸ ਜਗ੍ਹਾ ਤੇ ਖਰਚ ਕਰ ਰਿਹਾ ਜਿੱਥੇ ਤੁਸੀਂ ਨਹੀਂ ਖਰਚ ਕਰਨਾ ਚਾਹੁੰਦੇ ਸੀ। ਇੱਕ ਹੋਰ ਸਿਨੈਰੀਓ ਦੀ ਗੱਲ ਕਰਦੇ ਹਾਂ, ਕਾਮਨ ਲਾ ਪਾਰਟਨਰ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹੈਗੇ ਕਿ ਕਾਮਨ ਲਾ ਪਾਰਟਨਰ ਦਾ ਜ਼ਿਆਦਾ ਟ੍ਰੈਂਡ ਹੈਗਾ ਆ। ਹੁਣ ਵਿਲ ਦੇ ਵਿੱਚ ਅਗਰ ਤੁਸੀਂ ਨਹੀਂ ਮੈਂਸ਼ਨ ਕੀਤਾ, ਅਗਰ ਉਹ ਵਿਅਕਤੀ ਬਿਨਾਂ ਵਿਲ ਦੇ ਡੈਥ ਹੋ ਜਾਂਦੀ ਹੈਗੀ ਤਾਂ ਕਾਮਨ ਲਾ ਪਾਰਟਨਰ ਡਸਨਟ ਹੋਲਡ ਕੋਡ ਓਵਰ ਦੇਅਰ। ਫॉर ਐਗਜ਼ਾਮਪਲ ਇਹੀ ਗੱਲ ਹੈਗੀ ਕਿ 2 ਜਣੇ ਕਾਮਨ ਲਾ ਪਾਰਟਨਰਸ਼ਿਪ 'ਚ ਰਹਿ ਰਹੇ ਸੀਗੇ, ਕੋਈ ਉਹਨਾਂ ਦੇ ਇਸ਼ੂ ਨਹੀਂ ਸੀਗਾ ਤੇ ਵਨ ਆਫ ਦਾ ਪਰਸਨ ਡਾਈਜ਼। ਹੁਣ ਕਾਮਨ ਲਾ ਪਾਰਟਨਰ ਕਿਉਂਕਿ ਵਿਲ ਦੇ ਵਿੱਚ ਉਹਦਾ ਨਾਮ ਨਹੀਂ ਹੈ, ਵਿਲ ਬਣਾਈ ਹੀ ਨਹੀਂ ਗਈ ਹੈ ਤੇ ਕਾਮਨ ਲਾ ਪਾਰਟਨਰ ਹੁਣ ਉਸ ਦੇ ਵਿੱਚ ਹੱਕਦਾਰ ਨਹੀਂ ਹੈਗਾ, ਤਾਂ ਹੁਣ ਉਹ ਪ੍ਰਾਪਰਟੀ ਕਿਹਨੂੰ ਮਿਲ ਰਹੀ ਹੈ? ਸ਼ਾਇਦ ਕਿਸੇ ਐਸੇ ਵਿਅਕਤੀ ਨੂੰ ਜਿਸ ਨੂੰ ਉਹ ਵਿਅਕਤੀ ਨਹੀਂ ਦੇਣਾ ਚਾਹੁੰਦਾ ਸੀਗਾ। ਫਿਰ ਇੱਦਾਂ ਇੱਕ ਸਿਨੈਰੀਓ ਹੈਗਾ ਕਿ ਮੰਨ ਲਓ ਹਸਬੈਂਡ ਵਾਈਫ ਇਕੱਠੇ ਰਹਿੰਦੇ ਸੀ, ਨਾਲ ਉਹਨਾਂ ਦੀ ਬੱਚੀ ਹੈਗੀ ਆ, ਹਸਬੈਂਡ ਵਾਈਫ ਦੀ ਕਿਸੇ ਵਜ੍ਹਾ ਕਰਕੇ ਨਹੀਂ ਬਣੀ ਤਾਂ ਡਿਵੋਰਸ ਹੋ ਗਿਆ। ਹੁਣ ਵਾਈਫ ਚਾਹੁੰਦੀ ਹੈਗੀ ਹੈ ਕਿ ਮੈਂ ਕਿਸੇ ਵੀ ਤਰੀਕੇ ਨਾਲ ਆਪਣੀ ਪ੍ਰਾਪਰਟੀ ਆਪਣੇ ਹਸਬੈਂਡ ਨੂੰ ਨਾ ਦੇਵਾਂ, ਉਹ ਆਪਣੀ ਬੇਟੀ ਦੇ ਨਾਮ ਤੇ, ਮਤਲਬ ਉਹਨੂੰ ਲੱਗਦਾ ਹੈਗਾ ਕਿ ਮੇਰੇ ਤੋਂ ਬਾਅਦ ਮੇਰੀ ਬੇਟੀ ਆਟੋਮੈਟਿਕਲੀ ਬੈਨੀਫਿਸ਼ਰੀ ਬਣ ਜਾਏਗੀ। ਪਰ ਉਹਦੀ ਡੈਥ ਤੋਂ ਬਾਅਦ ਜਿਹੜਾ ਬੈਨੀਫਿਸ਼ਰੀ ਹੈਗਾ ਉਹ ਪ੍ਰਾਪਰਟੀ ਲੈਣ ਤੋਂ ਪਹਿਲਾਂ ਉਹਦੀ ਵੀ ਡੈਥ ਹੋ ਜਾਂਦੀ ਹੈਗੀ ਹੈ। ਹੁਣ ਆਟੋਮੈਟਿਕਲੀ ਉਸ ਬੈਨੀਫਿਸ਼ਰੀ ਦਾ ਜਿਹੜਾ ਪਹਿਲਾ ਹੱਕਦਾਰ ਹੈਗਾ ਉਹਦਾ ਫਾਦਰ ਹੋ ਗਿਆ। ਹੁਣ ਯਾਨੀ ਕਿ ਵਿਲ ਦੇ ਨਾਲ ਨਾ ਹੋਣ ਦੇ ਨਾਲ ਸ਼ਾਇਦ ਜ਼ਿਆਦਾ ਕੰਪਲਿਕੇਸ਼ਨਸ ਹੈਗੀਆਂ ਨੇ। ਅਗਰ ਵਿਲ ਹੁੰਦੀ ਹੈ ਤਾਂ ਵਿਲ ਦਾ ਮਤਲਬ ਕਿ ਤੁਸੀਂ ਕਿਸੇ ਚੀਜ਼ ਨੂੰ ਸਰਲ ਕਰਦੇ ਪਏ ਹੋ। ਅਗਰ ਤੁਸੀਂ ਸਰਲਤਾ ਨਾਲ ਚਾਹੁੰਦੇ ਹੋ ਕਿ ਤੁਹਾਡੀ ਪ੍ਰਾਪਰਟੀ ਤੁਹਾਡੀ ਮਰਜ਼ੀ ਦੇ ਮੁਤਾਬਕ ਜਿੱਦਾਂ ਤੁਸੀਂ ਸੋਚ ਰੱਖਦੇ ਸੀ ਉਸ ਤਰੀਕੇ ਨਾਲ ਨਵੀਂ ਅਗਲੀ ਜਨਰੇਸ਼ਨ ਨੂੰ ਚਲੀ ਜਾਵੇ ਤਾਂ ਵਿਲ ਬੈਸਟ ਚੀਜ਼ ਹੈਗੀ ਆ। ਜਿਵੇਂ ਆਪਾਂ ਇਹਦੇ ਵਿੱਚ ਇੱਕ ਟਰਮ ਬੈਨੀਫਿਸ਼ਰੀ ਯੂਜ਼ ਕੀਤੀ ਆ, ਜੇ ਕੋਈ ਵਿਲ ਵਗੈਰਾ ਨਹੀਂ ਬਣਾਉਂਦਾ ਤੇ ਬੈਨੀਫਿਸ਼ਰੀ ਕਿਸੇ ਨੂੰ ਬਣਾ ਦਿੱਤਾ ਜਾਂਦਾ ਆ, ਤਾਂ ਕੀ ਇਹ ਬੈਨੀਫਿਟ ਨਹੀਂ ਹੋਏਗਾ? ਦੇਖੋ ਹਰ ਜਗ੍ਹਾ ਤੇ ਬੈਨੀਫਿਸ਼ਰੀ ਨਹੀਂ ਬਣਾਇਆ ਜਾ ਸਕਦਾ ਹੈਗਾ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਕੁਝ ਐਸੇ ਇੰਸਟਰੂਮੈਂਟਸ ਨੇ ਜਿਨ੍ਹਾਂ 'ਚ ਤੁਸੀਂ ਬੈਨੀਫਿਸ਼ਰੀ ਬਣਾ ਸਕਦੇ ਹੋ, ਪਰ ਕਈ ਜਗ੍ਹਾ ਤੇ ਤੁਸੀਂ ਬੈਨੀਫਿਸ਼ਰੀ ਨਹੀਂ ਬਣਾ ਸਕਦੇ। ਹੁਣ ਮੰਨ ਲਓ ਰੀਅਲ ਸਟੇਟ ਹੈਗਾ, ਰੀਅਲ ਸਟੇਟ ਦੇ ਵਿੱਚ ਬੈਨੀਫਿਸ਼ਰੀ ਨਹੀਂ ਹੁੰਦਾ, ਉਹਦੇ ਵਿੱਚ ਜੁਆਇੰਟ ਟੈਨੈਂਟ ਹੁੰਦਾ ਹੈਗਾ ਜਾਂ ਟੈਨੈਂਸੀ ਦਾ ਅਲੱਗ ਰੂਲਸ ਹੈਗੇ ਨੇ। ਉਹਦੇ ਵਿੱਚ ਜੇ ਹੁਣ ਮਤਲਬ ਤੁਹਾਡੇ ਨਾਲ ਜੁਆਇੰਟ ਨਹੀਂ ਹੈਗਾ, ਮੰਨ ਲਓ ਇਕੱਲੇ ਇੱਕ ਪਾਰਟਨਰ ਦੇ ਨਾਮ ਦੇ ਉੱਤੇ ਹੀ ਪ੍ਰਾਪਰਟੀ ਹੈਗੀ, ਹੁਣ ਇਹ ਨਹੀਂ ਲਿਖ ਸਕਦਾ ਕਿ ਮੇਰੇ ਤੋਂ ਬਾਅਦ ਮੇਰੇ ਬੈਨੀਫਿਸ਼ਰੀ ਮੇਰੀ ਵਾਈਫ ਹੈਗੀ ਹੈ, ਉਹ ਰੀਅਲ ਸਟੇਟ ਦੇ ਉੱਤੇ ਬੈਨੀਫਿਸ਼ਰੀ ਨਹੀਂ ਚੱਲਦਾ ਹੈਗਾ। ਕੁਝ ਐਸੇ ਇੰਸਟਰੂਮੈਂਟਸ ਨੇ, ਲਾਈਫ ਇੰਸ਼ੋਰੈਂਸ ਹੋ ਗਈ, RRSPs ਹੋ ਗਈਆਂ ਜਾਂ ਰਜਿਸਟਰਡ ਸੇਵਿੰਗ ਪਲਾਨਸ ਹੋ ਗਏ, ਜਿਨ੍ਹਾਂ 'ਚ ਅਸੀਂ ਬੈਨੀਫਿਸ਼ਰੀ ਬਣਾ ਸਕਦੇ ਹਾਂ। ਹਰ ਜਗ੍ਹਾ ਬੈਨੀਫਿਸ਼ਰੀ ਨਹੀਂ ਬਣਾਇਆ ਜਾ ਸਕਦਾ। ਸੋ ਜਿਵੇਂ ਤੁਸੀਂ ਕਿਹਾ ਹਰੇਕ ਜਗ੍ਹਾ ਬੈਨੀਫਿਸ਼ਰੀ ਨਹੀਂ ਬਣਾਇਆ ਜਾ ਸਕਦਾ, ਫਿਰ ਜਿਹੜੇ ਇਹ ਸੋਚਦੇ ਆ ਕਿ ਵਿਲ ਵਗੈਰਾ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਅਸੀਂ ਆਲਰੇਡੀ ਜੇ ਬੈਨੀਫਿਸ਼ਰੀ ਬਣਾ ਦਿੱਤਾ, ਸਾਡੇ ਜਾਣ ਤੋਂ ਬਾਅਦ ਆਟੋਮੈਟਿਕਲੀ ਬਾਕੀ ਚੀਜ਼ਾਂ ਵੀ ਜਿਹੜੀਆਂ ਨੇ ਉਹਨਾਂ ਦੇ ਨਾਮ ਹੋ ਜਾਣਗੀਆਂ, ਚਾਹੇ ਉਹ ਵਿਲ ਹੋਵੇ, ਕਿ ਪਹਿਲਾਂ ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ? ਨਹੀਂ ਜੀ ਨਹੀਂ, ਦੇਖੋ ਕੰਸੀਡਰ ਡੈਫੀਨਿਟਲੀ ਜਦੋਂ ਅਸੀਂ ਵਾਰਿਸਾਂ ਦੀ ਗੱਲ ਕਰਦੇ ਹਾਂ ਪਹਿਲਾ ਹੱਕ ਤਾਂ ਵਾਰਿਸਾਂ ਦਾ ਹੀ ਹੈਗਾ, ਲੇਕਿਨ ਕਿਹੜੀ ਚੀਜ਼ ਡਿਫਾਈਨ ਕਰੇਗੀ ਕਿ ਵਾਰਿਸ ਨੇ? ਸਭ ਤੋਂ ਪਹਿਲਾਂ ਤਾਂ ਵਿਲ ਕਰੇਗੀ ਨਾ, ਵਿਲ ਹੀ ਡਿਫਾਈਨ ਕਰੇਗੀ ਕਿ ਇਹ ਹੱਕਦਾਰ ਨੇ, ਇਹਨਾਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈਗੀ ਆ। ਉਹ ਹੁਣ ਪਹਿਲੇ ਸਪਾਊਸ ਹੋ ਗਈ, ਬੱਚੇ ਹੋ ਗਏ, ਉਸ ਤੋਂ ਬਾਅਦ ਪੈਰੈਂਟਸ ਹੋ ਗਏ, ਜਾਂ ਉਸ ਤੋਂ ਬਾਅਦ ਸਿਬਲਿੰਗਸ ਹੋ ਗਏ, ਨਹੀਂ ਤਾਂ ਅਗਰ ਉਹ ਵੀ ਨਹੀਂ ਹੈਗਾ ਤਾਂ ਫਿਰ ਉਸ ਤੋਂ ਬਾਅਦ ਕਜ਼ਨਸ ਹੋ ਗਏ। ਉਹ ਤਰਤੀਬ ਬਾਅਦ ਵਾਲੀ ਹੈਗੀ ਆ, ਲੇਕਿਨ ਸਭ ਤੋਂ ਪਹਿਲਾਂ ਡਿਸਾਈਡ ਕਿਵੇਂ ਹੋਏਗਾ ਕਿ ਇਹ ਕਿਹਨੂੰ ਮਿਲਣਾ ਚਾਹੀਦਾ। ਜਿੱਦਾਂ ਆਪਾਂ ਕਹਿੰਦੇ ਕਿ ਵਾਰਿਸਨਾਮਾ ਹੈਗਾ ਕਿ ਉਹ ਵਾਰਿਸ ਕੌਣ ਬਣੇਗਾ, ਉਹ ਕੋਈ ਤਾਂ ਡਿਸਾਈਡ ਕਰੇਗਾ ਨਾ, ਜਾਂ ਤਾਂ ਮੇਰੀ ਵਿਲ ਡਿਸਾਈਡ ਕਰ ਰਹੀ ਹੈ ਕਿ ਮੇਰੇ ਤੋਂ ਬਾਅਦ ਮੇਰੀ ਵਾਰਿਸ ਇਹ ਨੇ, ਜਾਂ ਫਿਰ ਕਾਨੂੰਨੀ ਤੌਰ ਦੇ ਉੱਤੇ ਉਸ ਨੂੰ ਚੀਜ਼ ਨੂੰ ਕੋਰਟ ਡਿਸਾਈਡ ਕਰੇਗੀ ਕਿ ਤੁਹਾਡੀ ਇਸ ਪ੍ਰਾਪਰਟੀ ਦੇ ਵਾਰਿਸ ਕਿਵੇਂ ਨੇ। ਹੁਣ ਵਿਲ ਦੇ ਵਿੱਚ ਕੀ ਹੋਇਆ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਵਾਰਿਸ ਵੀ ਚੁਣੇ ਤੇ ਆਪਣੀ ਮਰਜ਼ੀ ਨਾਲ ਡਿਸਟ੍ਰੀਬਿਊਸ਼ਨ ਵੀ ਚੁਣੀ, ਲੇਕਿਨ ਕੋਰਟ ਕੀ ਕਰੇਗੀ, ਕੋਰਟ ਨੇ ਜਿਹੜੇ ਵਾਰਿਸ ਤਾਂ ਚੁਣੇ ਉਹ ਤਾਂ ਉਹੀ ਹੈਗੇ ਨੇ ਜਿਹੜੇ ਮੈਂ ਚੁਣੇ ਹੈਗੇ, ਲੇਕਿਨ ਡਿਸਟ੍ਰੀਬਿਊਸ਼ਨ ਹੁਣ ਕੋਰਟ ਦੇ ਰੂਲ ਦੇ ਮੁਤਾਬਕ ਹੋਵੇਗੀ। ਜਿੱਦਾਂ ਹੀ ਕੋਰਟ ਜਿੱਦਾਂ ਜੋ ਕਾਨੂੰਨ ਕਹਿੰਦਾ ਹੈ ਉਸ ਹਿਸਾਬ ਨਾਲ ਡਿਸਟ੍ਰੀਬਿਊਸ਼ਨ ਹੋਵੇਗੀ। ਫਿਰ ਇਸੇ ਹੀ ਟਰਮ ਦੇ ਵਿੱਚ ਇੱਕ ਹੋਰ ਵਰਡ ਆਉਂਦਾ ਹੈ ਪ੍ਰੋਬੇਟ, ਸੋ ਉਹ ਕੀ ਵਰਡ ਹੈਗਾ ਆ ਤੇ ਉਹਦਾ ਕੀ ਬੈਨੀਫਿਟ ਹੋ ਸਕਦਾ? ਦੇਖੋ ਬੇਸਿਕਲੀ ਪ੍ਰੋਬੇਟ ਇੱਕ ਸ਼ਬਦ ਹੈਗਾ ਜਿਸ ਨੂੰ ਅਸੀਂ ਕਹਿੰਦੇ ਕਿ ਕਿਸੇ ਚੀਜ਼ ਦੀ ਵੈਲਿਡਿਟੀ ਨੂੰ ਕਰਨਾ, ਕਿਸੇ ਚੀਜ਼ ਨੂੰ ਪ੍ਰੂਵ ਕਰਨਾ ਕਿ ਇਹ ਚੀਜ਼ ਵੈਲਿਡ ਹੈਗੀ ਆ। ਫੋਰ ਐਗਜ਼ਾਮਪਲ ਵਿਲ ਹੈਗੀ ਆ, ਹੁਣ ਮੈਂ ਵਿਲ ਲਿਖ ਰਿਹਾ, ਵਿਲ ਦੇ ਵਿੱਚ ਮੈਂ ਐਗਜ਼ੀਕਿਊਟਰ ਵੀ ਬਣਾ ਰਿਹਾ ਹੈਗਾ। ਹੁਣ ਉਹ ਵਿਲ ਚੈਲੰਜ ਹੋ ਸਕਦੀ ਹੈ ਅਗਰ ਕੋਈ ਵੀ ਵਿਅਕਤੀ ਕਦੇ ਵੀ ਇਹ ਵਿਲ ਸਹੀ ਨਹੀਂ ਹੈਗੀ, ਠੀਕ ਹੈ,
ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਨਾਮ ਹੋਣਾ ਚਾਹੀਦਾ ਸੀ, ਉਹਨਾਂ ਦਾ ਨਾਮ ਨਹੀਂ ਹੈਗਾ। ਹੁਣ ਉਸ ਵਿਲ ਦੇ ਚੈਲੰਜ ਨੂੰ ਬਚਣ ਲਈ ਅਸੀਂ ਪ੍ਰੋਵੇਟ ਕਰਾਉਂਦੇ, ਯਾਨੀ ਕਿ ਕੋਰਟ ਦੇ ਵਿੱਚ ਅਸੀਂ ਆਪਣੇ ਜੋ ਵੀ ਐਸੈਟਸ ਜਾਂ ਜੋ ਲਾਇਬਿਲਿਟੀਜ਼ ਉਸ ਵਿਅਕਤੀ ਦੇ ਨਾਲ ਜੁੜੀਆਂ ਹੋਈਆਂ ਨੇ ਅਸੀਂ ਪ੍ਰੈਜ਼ੈਂਟ ਕਰਦੇ ਹਾਂ ਕਿ ਆਹ ਵਿਲ ਹੈਗੀ ਆ ਜਾਂ ਵਿਲ ਨਹੀਂ ਹੈਗੀ, ਦੋਨੋਂ ਚੀਜ਼ਾਂ। ਅਗਰ ਵਿਲ ਨਹੀਂ ਹੈਗੀ ਫਿਰ ਤਾਂ ਪ੍ਰੋਵੇਟ ਬਹੁਤ ਜ਼ਰੂਰੀ ਹੈਗਾ, ਅਗਰ ਵਿਲ ਹੈਗੀ ਆ ਤਾਂ ਫਿਰ ਇਹ ਚੀਜ਼ ਹੈਗੀ ਕਿ ਅਸੀਂ ਨੂੰ ਅਥੈਂਟੀਕੇਟ ਕਰਵਾਉਣਾ ਹੈ ਕਿ ਦਿਸ ਇਜ਼ ਦਾ ਵਿਲ, ਉਹ ਵਿਅਕਤੀ ਇਸ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਕਰਨਾ ਚਾਹੁੰਦਾ ਸੀਗਾ ਤੇ ਇਹ ਬੰਦਾ ਉਹਦਾ ਐਗਜ਼ੀਕਿਊਟਰ ਹੈਗਾ। ਤਾਂ ਫਿਰ ਜਿਹੜੀ ਕੋਰਟ ਹੈਗੀ ਆ ਉਹ ਅਲਾਉ ਕਰਦੀ ਹੈ ਜਾਂ ਉਹਨੂੰ ਵੈਲੀਡੇਟ ਕਰਦੀ ਹੈਗੀ ਆ ਕਿ ਯੈਸ ਦਿਸ ਇਜ਼ ਦਾ ਰਾਈਟਫੁਲ ਵਿਲ ਐਂਡ ਦਿਸ ਇਜ਼ ਦਾ ਫਾਈਨਲ ਵਿਲ। ਇਸ ਤੋਂ ਬਾਅਦ ਕੋਈ ਵੀ ਜਿਹੜੀ ਵਿਲ ਹੈਗੀ ਆ ਉਹ ਐਕਸੈਪਟ ਨਹੀਂ ਕੀਤੀ ਜਾਵੇਗੀ। ਕਿਉਂਕਿ ਫੋਰ ਐਗਜ਼ਾਮਪਲ ਹੁਣ ਕੀ ਹੈਗਾ ਕਿ ਵਿਲ ਦੇ ਵਿੱਚ ਮੈਂ ਐਗਜ਼ੀਕਿਊਟਰ ਬਣ ਗਿਆ, ਮੈਂ ਉਸ ਵਿਲ ਨੂੰ ਐਗਜ਼ੀਕਿਊਟ ਕਰਦਾ ਪਿਆ ਲੇਕਿਨ ਪ੍ਰੋਬੇਟ ਮੇਰੇ ਕੋਲ ਨਹੀਂ ਹੈਗਾ, ਯਾਨੀ ਕਿ ਆਥੈਂਟੀਕੇਟ ਨਹੀਂ ਹੈਗਾ। ਮੈਂ ਡਿਸਟ੍ਰੀਬਿਊਸ਼ਨ ਕਰ ਦਿੱਤੀ, ਉਸ ਤੋਂ ਬਾਅਦ ਕੀ ਹੋਇਆ ਕਿ ਕੋਈ ਹੋਰ ਕਲੇਮੈਂਟ ਆ ਕੇ ਖੜਾ ਹੋ ਗਿਆ, ਹੁਣ ਉਹਦੀ ਜ਼ਿੰਮੇਵਾਰੀ ਮੇਰੀ ਹੈਗੀ ਹੈ। ਇਦਾਂ ਹੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੇ ਨੇ, ਅਸਲ 'ਚ ਪ੍ਰੋਬੇਟ ਜਿਹੜਾ ਹੈਗਾ ਆ ਉਹ ਸਿਸਟਮ ਮੇਰੀ ਹਿਫਾਜ਼ਤ, ਯਾਨੀ ਕਿ ਜਿਹੜਾ ਬੰਦਾ ਐਗਜ਼ੀਕਿਊਟਰ ਹੈ ਉਹਦੀ ਹਿਫਾਜ਼ਤ ਪਲੱਸ ਜਿਹੜਾ ਬੈਂਕ ਹੈਗਾ ਜਾਂ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਦੀ ਹਿਫਾਜ਼ਤ ਹੈ ਕਿ ਕਿਤੇ ਉਹ ਅਜਿਹੇ ਵਿਅਕਤੀ ਨੂੰ ਪੈਸੇ ਨਾ ਦੇ ਦੇਣ ਜਿਹੜਾ ਉਸ ਦਾ ਹੱਕਦਾਰ ਨਾ ਹੋਵੇ। ਇਹ ਕੋਰਟ ਤੋਂ ਉਹਨਾਂ ਨੂੰ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ, ਯੂ ਕੈਨ ਸੇ ਕਿ ਜਿਹੜੀ ਉਹਨੂੰ ਸਰਟੀਫਿਕੇਟ ਲੈਣਾ ਪੈਂਦਾ ਕਿ ਯੈਸ ਦਿਸ ਇਜ਼ ਦਾ ਵੈਲਿਡ ਵਿਲ ਔਰ ਵੈਲਿਡ ਐਗਜ਼ੀਕਿਊਟਰ ਹੂ ਕੈਨ ਟੇਕ ਦ ਡਿਸੀਜਨ ਔਨ ਦ ਬਿਹਾਫ ਆਫ ਦ ਡਿਜ਼ੀਜ਼ਡ, ਉਹਨੂੰ ਪ੍ਰੋਬੇਟ ਕਹਿੰਦੇ ਹੈਗੇ। ਉਸ ਪ੍ਰੋਸੈਸ ਦੇ ਵਿੱਚ ਜਿਹੜਾ ਹੈਗਾ ਆ ਕੋਰਟ ਦੇ ਰਾਹੀਂ ਆਪਾਂ ਨੂੰ ਜਾਣਾ ਪੈਂਦਾ ਹੈਗਾ। ਲੇਕਿਨ ਇੱਕ ਇਹ ਵੀ ਚੀਜ਼ ਹੈਗਾ ਕਿ ਪ੍ਰੋਬੇਟ ਜਿਹੜਾ ਹੈਗਾ ਆ ਉਹਨੂੰ ਆਪਾਂ ਜਿਹੜੀ ਤੁਹਾਡੀ ਪ੍ਰਾਪਰਟੀ ਹੈਗੀ ਆ ਉਹਦੇ ਮੁਤਾਬਕ ਕੰਸੀਡਰ ਕਰਦੇ ਵੀ ਕਿਹੜੀਆਂ ਚੀਜ਼ਾਂ ਪ੍ਰੋਬੇਟ 'ਚ ਜਾਂਦੀਆਂ ਨੇ। ਇਟ ਇਜ਼ ਨਾਟ ਦੈਟ ਐਵਰੀਥਿੰਗ ਇਜ਼ ਗੋਇੰਗ ਅੰਡਰ ਪ੍ਰੋਬੇਟ, ਲੇਕਿਨ ਕੁਝ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਪ੍ਰੋਬੇਟ ਕਰਵਾਉਣੀ ਜ਼ਰੂਰੀ ਹੈਗੀ ਹੈ, ਕੁਝ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਤੁਸੀਂ ਪ੍ਰੋਬੇਟ ਅਵੋਇਡ ਕਰ ਸਕਦੇ ਹੋ। ਬਟ ਜੇ ਕੋਈ ਤੁਸੀਂ ਚੀਜ਼ ਵੈਲਿਡ ਕਰਨੀ ਹੈਗੀ ਹੈ ਦੈਨ ਯੂ ਹੈਵ ਟੂ ਗੋ ਥਰੂ ਪ੍ਰੋਬੇਟ। ਤੁਸੀਂ ਕਿਹਾ ਕਿ ਪ੍ਰੋਬੇਟ ਕਰਵਾਉਣੀ ਫਿਰ ਉਦੋਂ ਜ਼ਰੂਰੀ ਹੈ, ਐਕਚੁਅਲ ਦੇ ਵਿੱਚ ਕਿੰਨਾ ਹਾਲਾਤਾਂ ਦੇ ਵਿੱਚ ਜਾਂ ਕਦੋਂ ਜਿਹੜੀ ਆ ਪ੍ਰੋਬੇਟ ਦੀ ਲੋੜ ਪੈਂਦੀ ਹੈ ਜਾਂ ਮਹਿਸੂਸ ਹੁੰਦੀ ਹੈ? ਦੇਖੋ ਪ੍ਰੋਬੇਟ ਦੇ ਵਿੱਚ ਜਿਹੜੀਆਂ ਕੁਝ ਐਸੀਆਂ ਚੀਜ਼ਾਂ ਹੈਗੀਆਂ ਨੇ, ਕੁਝ ਐਸੇ ਇੰਸਟਰੂਮੈਂਟਸ ਹੈਗੇ ਨੇ ਜਿਨ੍ਹਾਂ ਨੂੰ ਪ੍ਰੋਬੇਟ ਵਿੱਚ ਲੈ ਕੇ ਆਉਣਾ ਪੈਂਦਾ ਹੈ। ਫੋਰ ਐਗਜ਼ਾਮਪਲ ਆਪਾਂ ਰੀਅਲ ਸਟੇਟ ਹੈਗੀ, ਹੁਣ ਰੀਅਲ ਸਟੇਟ ਅਗਰ ਇੱਕ ਇਕੱਲੇ ਵਿਅਕਤੀ ਦੇ ਨਾਮ ਤੇ ਹੈਗੀ ਆ ਦੈਟ ਇਜ਼ ਗੋਇੰਗ ਟੂ ਐਸਟੇਟ, ਮਤਲਬ ਕੋਈ ਵੀ ਐਸੀ ਚੀਜ਼ ਜਿਹਦੇ ਵਿੱਚ ਕਲੀਅਰ ਕੱਟ ਬੈਨੀਫੀਸ਼ਰੀ ਨਹੀਂ ਹੈਗਾ ਐਂਡ ਜਿਹਦੇ ਵਿੱਚ ਕਿ ਬੈਨੀਫੀਸ਼ਰੀ ਦੀ ਬਜਾਏ ਐਸਟੇਟ ਨੂੰ ਉਹ ਪੈਸਾ ਜਾ ਰਿਹਾ ਹੈਗਾ। ਹੁਣ ਐਸਟੇਟ ਦੇ ਵਿੱਚ ਇੱਕ ਚੀਜ਼ ਸਮਝਣੀ ਪਏਗੀ ਵੀ ਐਸਟੇਟ ਦੇ ਵਿੱਚ ਕੌਣ ਹੈ, ਉਸ ਵਿਅਕਤੀ ਦੀ ਫੈਮਿਲੀ ਦੇ ਮੈਂਬਰਸ, ਯਾਨੀ ਕਿ ਵਾਈਫ ਔਰ ਉਹਦੇ ਬੱਚੇ, ਉਹਦੇ ਪੇਰੈਂਟਸ ਉਹਦੇ ਐਸਟੇਟ ਦੇ ਮੈਂਬਰ ਨੇ। ਹੁਣ ਬੈਨੀਫੀਸ਼ਰੀ ਕੌਣ ਹੈ ਜਿਹਦਾ ਪਾਰਟਿਕੂਲਰ ਇੱਕ ਮੈਂ ਨਾਮ ਲਿਖਿਆ ਹੈਗਾ। ਹੁਣ ਬੈਨੀਫੀਸ਼ਰੀ ਔਰ ਐਸਟੇਟ ਦੇ ਵਿੱਚ ਫਰਕ ਹੈਗਾ ਕਿ ਬੈਨੀਫੀਸ਼ਰੀ ਮੈਂ ਡਿਸਾਈਡ ਕਰ ਦਿੰਦਾ ਕਿ ਇਹ ਚੀਜ਼ ਇਸ ਨੂੰ ਜਾਣੀ ਚਾਹੀਦੀ ਹੈ, ਲੇਕਿਨ ਹਰ ਚੀਜ਼ ਕਿਸੇ ਨੂੰ ਮੈਂ ਬੈਨੀਫੀਸ਼ਰੀ ਦੇ ਰੂਪ 'ਚ ਮੈਂ ਦੇ ਸਕਦਾ, ਇਟ ਇਜ਼ ਨਾਟ ਪੋਸੀਬਲ। ਜਿੱਦਾਂ ਹੁਣ ਮੈਂ ਰੀਅਲ ਸਟੇਟ ਦੀ ਗੱਲ ਕੀਤੀ, ਹੁਣ ਰੀਅਲ ਸਟੇਟ ਮੈਂ ਬੈਨੀਫੀਸ਼ਰੀ ਬਣਾ ਕੇ ਨਹੀਂ ਪਾਸ ਔਨ ਕਰ ਸਕਦਾ। ਜਾਂ ਤਾਂ ਉਸ ਵਿਅਕਤੀ ਦਾ ਵਿੱਚ ਰਾਈਟ ਹੋਏਗਾ, ਯਾਨੀ ਕਿ ਉਹਦੇ ਰਾਈਟ ਆਫ ਸਰਵਾਈਵਰਸ਼ਿਪ ਹੋਏਗਾ, ਯਾਨੀ ਕਿ ਉਸ ਵਿਅਕਤੀ ਦਾ ਵਿੱਚ ਹਿੱਸਾ ਹੋਏਗਾ, ਉਸ ਰੀਅਲ ਨਾਮ ਹੋਏਗਾ, ਹੈ ਨਾ। ਜਾਂ ਫਿਰ ਉਸ ਵਿਅਕਤੀ ਨੂੰ ਅਗਰ ਮੈਂ ਦੇ ਰਿਹਾ ਹੈਗਾ ਤਾਂ ਫਿਰ ਉਹ ਬੈਨੀਫੀਸ਼ਰੀ ਦੇ ਰੂਪ 'ਚ ਨਹੀਂ ਦੇਵਾਂਗਾ, ਠੀਕ ਹੈ। ਹੁਣ ਅਗਰ ਮੈਂ ਲਾਈਫ ਇੰਸ਼ੋਰੈਂਸ ਪਾਲਿਸੀ ਦੀ ਗੱਲ ਕਰਦਾ ਜਾਂ ਮੈਂ ਆਰਐਸਪੀ ਦੀ ਗੱਲ ਕਰਦਾ, TFS ਦੀ ਗੱਲ ਕਰਦਾ, ਉੱਥੇ ਮੈਂ ਜ਼ਰੂਰ ਬੈਨੀਫੀਸ਼ਰੀ ਲਿਖ ਸਕਦਾ। ਇਟ ਮੀਨਸ ਕਿ ਬੈਨੀਫੀਸ਼ਰੀ ਨੂੰ ਸਿੱਧੀ ਉਹ ਪ੍ਰਾਪਰਟੀ ਚਲੀ ਜਾਵੇਗੀ। ਲੇਕਿਨ ਜਦੋਂ ਕੋਈ ਚੀਜ਼ ਰੀਅਲ ਸਟੇਟ ਵਾਲੀ ਹੋ ਗਈ, ਬੈਂਕ ਅਕਾਊਂਟਸ ਹੋ ਗਏ ਜਾਂ ਇਨਵੈਸਟਮੈਂਟਸ ਹੋ ਗਈਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਬੇਟ ਦੇ ਰਾਹੀਂ ਹੀ ਜਾਣਗੀਆਂ। ਕੌਣ ਇਸ ਨੂੰ ਪ੍ਰੋਬੇਟ ਕਰਵਾਉਂਦਾ ਆ? ਜਿਹੜਾ ਮੇਨ ਪਰਸਨ ਹੁੰਦਾ ਉਹ ਤੋਂ ਕਰਵਾਇਆ ਜਾਂਦਾ ਜਾਂ ਫਿਰ ਐਗਜ਼ੀਕਿਊਟਰ ਆ ਉਹ ਇਹਨੂੰ ਪ੍ਰੋਬੇਸ਼ਨ ਦਾ ਪੀਰੀਅਡ 'ਚ ਜਾਂਦਾ ਪ੍ਰੋਬੇਟ ਕਰਵਾਉਂਦਾ ਆ? ਕੌਣ ਕਰਵਾਉਂਦਾ ਹੈ ਇਹ? ਦੇਖੋ ਬੇਸਿਕਲੀ ਡਿਊਟੀ ਤਾਂ ਐਗਜ਼ੀਕਿਊਟਰ ਦੀ ਹੁੰਦੀ ਹੈ, ਕਿਉਂਕਿ ਜਦੋਂ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਫਿਰ ਪਰਿਵਾਰ ਦਾ ਕੋਈ ਵੀ ਮੈਂਬਰ, ਜਦੋਂ ਕਿਉਂਕਿ ਉਹਨਾਂ ਨੇ ਡਿਸਟ੍ਰੀਬਿਊਟ ਕਰਨੀ ਹੁੰਦੀ ਹੈ ਸਾਰੀ ਸੰਪਤੀ, ਹੈ ਨਾ, ਤੇ ਦੇ ਹੈਵ ਟੂ ਗੋ ਸਮਵੇਅਰ। ਪਹਿਲੀ ਗੱਲ ਤਾਂ ਉਹਨਾਂ ਨੂੰ ਕੋਈ ਰੂਪ ਰੇਖਾ ਬਣਾਉਣੀ ਪੈਂਦੀ ਹੈਗੀ ਕਿ ਕੀ ਸਾਡੇ ਕੋਲ ਹੈਗਾ ਤੇ ਉਹਨੂੰ ਕਿੱਦਾਂ ਡਿਸਟ੍ਰੀਬਿਊਟ ਕਰਨਾ ਹੈਗਾ। ਹੁਣ ਦੇਖੋ ਜਿੱਥੇ ਸ਼ੁਰੂਆਤ ਜਦੋਂ ਅਸੀਂ ਕੀਤੀ ਸੀ ਵਿਲ ਦੀ ਗੱਲ ਕੀਤੀ ਸੀ, ਹੈ ਨਾ, ਵਿਲ ਦੇ ਵਿੱਚ ਤਾਂ ਇੱਕ ਰੂਪ ਰੇਖਾ ਮੈਂ ਬਣਾ ਕੇ ਪਹਿਲੇ ਚਲਾ ਗਿਆ, ਹੈ ਨਾ, ਕਿ ਮੇਰੀ ਪ੍ਰਾਪਰਟੀ ਇਵੇਂ ਡਿਸਟ੍ਰੀਬਿਊਟ ਹੋਣੀ ਚਾਹੀਦੀ ਹੈਗੀ। ਲੇਕਿਨ ਅਗਰ ਉਹ ਵਿਲ ਦੇ ਬਿਨਾ ਡਿਸਟ੍ਰੀਬਿਊਟ ਕਰਨਾ ਚਾਹੁੰਦੇ ਨੇ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈਗੀ ਕਿ ਵਿਲ ਕੀ ਕਰਦੀ ਹੈ, ਸਾਰੇ ਜਿਹੜੀ ਪ੍ਰਾਪਰਟੀ ਦੀ ਡਿਟੇਲ ਉਹਦੇ ਵਿੱਚ ਹੋਵੇਗੀ। ਜੇ ਵਿਲ ਨਹੀਂ ਹੈਗੀ ਤਾਂ ਫਿਰ ਮੇਰੀ ਪ੍ਰਾਪਰਟੀ ਕਿੱਥੇ ਕਿੱਥੇ ਹੈਗੀ ਆ ਉਹ ਪਹਿਲੇ ਲੱਭਣੀ ਪਵੇਗੀ। ਫਿਰ ਉਸ ਤੋਂ ਬਾਅਦ ਵਿਲ ਦੇ ਵਿੱਚ ਮੇਰੀਆਂ ਦੇਣਦਾਰੀਆਂ ਦਾ ਵੀ ਜ਼ਿਕਰ ਹੋਵੇਗਾ। ਜੇ ਵਿਲ ਨਹੀਂ ਹੈਗੀ ਤਾਂ ਦੇਣਦਾਰੀਆਂ ਦਾ ਜ਼ਿਕਰ ਵੀ ਨਹੀਂ ਹੈਗਾ, ਫਿਰ ਦੇਣਦਾਰੀਆਂ ਵੀ ਲੱਭਣੀਆਂ ਪੈਣਗੀਆਂ। ਹੁਣ ਉਸ ਤੋਂ ਬਾਅਦ ਕਲੇਮੈਂਟ ਕੌਣ ਹੈਗੇ ਨੇ? ਹੁਣ ਕਲੇਮੈਂਟ ਕੋਈ ਵੀ ਹੋ ਸਕਦਾ ਹੈਗਾ। ਕੋਈ ਚੀਜ਼ ਜਿਹੜੀ ਹੈਗੀ ਵਿਲ ਦੇ ਵਿੱਚ, ਤਾਂ ਜਦੋਂ ਮੈਂ ਵਿਲ ਲਿਖ ਰਿਹਾ ਤਾਂ ਇਟ ਮੀਨਸ ਕਿ ਮੈਂ ਕਲੇਮੈਂਟ ਨੂੰ ਡਿਫਾਈਨ ਕੀਤਾ ਹੈਗਾ, ਮੈਂ ਆਪਣੇ ਹਿਸਾਬ ਦੇ ਨਾਲ ਲਿਖ ਰਿਹਾ ਕਿ ਇਹ ਕਲੇਮੈਂਟ ਹੈ। ਲੇਕਿਨ ਵਿਲ ਨਾ ਹੋਣ ਦੇ ਵਿੱਚ ਮਾਈਟ ਬੀ ਕਿ ਕੋਈ ਹੋਰ ਕਲੇਮੈਂਟ, ਕੋਈ ਪ੍ਰੀਵੀਅਸ ਮੈਰਿਜ ਤੋਂ ਕੋਈ ਪਰਸਨ ਹੋ ਸਕਦਾ, ਕੋਈ ਵੀ ਹੋ ਸਕਦਾ ਹੈਗਾ। ਸੋ ਇਟ ਮੀਨਸ ਕਿ ਜਦੋਂ ਵਿਲ ਨਹੀਂ ਹੈਗੀ ਤੇ ਆਈ ਐਮ ਕ੍ਰੀਏਟਿੰਗ ਅ ਕੰਪਲਿਕੇਸ਼ਨ ਫॉर ਮਾਈ ਬੈਨੀਫਿਟ, ਜਿਹੜੇ ਮੇਰੇ ਐਸਟੇਟ ਹੈਗੀ ਉਹਦੀ ਕੰਪਲਿਕੇਸ਼ਨ ਕਰ ਰਹੇ ਹਾਂ। ਹੁਣ ਜਦੋਂ ਤੁਹਾਡਾ ਸਵਾਲ ਸੀ ਵੀ ਕੌਣ ਕਰਦਾ ਹੈਗਾ, ਉਹ ਐਗਜ਼ੀਕਿਊਟਰ ਦੀ ਡਿਊਟੀ ਹੁੰਦੀ ਹੈਗੀ, ਜਿਹਨੂੰ ਅਸੀਂ ਐਗਜ਼ੀਕਿਊਟਰ ਕੋਈ ਚੁਣ ਲੈਂਦੇ। ਵਿਲ ਦੇ ਵਿੱਚ ਤਾਂ ਐਗਜ਼ੀਕਿਊਟਰ ਲਿਖਿਆ ਗਿਆ ਹੋਇਆ ਕਿ ਇਹ ਵਿਅਕਤੀ ਐਗਜ਼ੀਕਿਊਟ ਕਰੇਗਾ। ਜੇ ਵਿਲ ਨਹੀਂ ਹੈਗੀ ਤਾਂ ਫਿਰ ਕੋਈ ਵੀ ਜੋ ਪਰਿਵਾਰ ਦਾ ਮੈਂਬਰ ਹੈਗਾ ਕੋਈ ਵੀ ਇਨੀਸ਼ੀਏਟ ਕਰ ਸਕਦਾ ਇਸ ਪ੍ਰੋਸੈਸ ਨੂੰ
ਕਿ ਵੀ ਵਾਂਟ ਟੂ ਡਿਸਟ੍ਰੀਬਿਊਟ ਦਿਸ। ਫਿਰ ਉਹਨਾਂ ਨੂੰ ਕੋਰਟ ਦੇ ਕੋਲ ਆਪਣੀ ਜਿਹੜੀ ਹੈਗੀ ਹੈ ਐਸੈਟਸ ਐਂਡ ਜਿਹੜੀਆਂ ਉਹਦੀਆਂ ਲਾਇਬਿਲਿਟੀਜ਼ ਹੈਗੀਆਂ ਨੇ ਵੀ ਉਸ ਵਿਅਕਤੀ ਦੇ ਨਾਲ ਜੁੜੀਆਂ ਐਸੈਟਸ ਲਾਇਬਿਲਿਟੀਜ਼ ਹੈ, ਦੇ ਹੈਵ ਟੂ ਪ੍ਰੈਜ਼ੈਂਟ ਦੈਟ। ਫਿਰ ਉਹਦੇ ਵਿੱਚ ਉਹਦੀ ਜਿਹੜੀ ਪ੍ਰੋਬੇਟ ਦੀ ਫੀ ਜਮ੍ਹਾਂ ਕਰਵਾਉਣੀ ਪੈਂਦੀ ਹੈਗੀ ਹੈ। ਉਸ ਤੋਂ ਬਾਅਦ ਕੋਰਟ ਡਿਸਾਈਡ ਕਰਦੀ ਹੈਗੀ ਹੈ, ਕੋਰਟ ਨਿਯੁਕਤ ਕਰਦੀ ਇੱਕ ਐਗਜ਼ੀਕਿਊਟਰ ਆਪਣੇ ਵੱਲੋਂ ਕਿ ਯੈਸ ਦਿਸ ਇਜ਼ ਦਾ ਪਰਸਨ ਹੂ ਕੈਨ ਐਗਜ਼ੀਕਿਊਟ ਔਨ ਦਾ ਬਿਹਾਫ ਆਫ ਕੋਰਟ। ਫਿਰ ਉਹ ਡਿਸਟ੍ਰੀਬਿਊਸ਼ਨ ਹੁੰਦੀ ਹੈ। ਸੋ ਜਦੋਂ ਇੱਕ ਵਾਰੀ ਪ੍ਰੋਬੇਟ ਆਪਾਂ ਕਹਿੰਦੇ ਆ ਕਿ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਤਾਂ ਨਹੀਂ ਇਸ ਨੂੰ ਚੈਲੰਜ ਕੀਤਾ ਜਾ ਸਕਦਾ ਕਿਸੇ ਵੀ ਚੀਜ਼? ਨਹੀਂ ਹੋ ਸਕਦਾ ਜੀ, ਵੈਸੇ ਤਾਂ ਐਸ ਪਰ ਰੂਲ ਨਹੀਂ ਹੋ ਸਕਦਾ ਕਿਉਂਕਿ ਕੋਰਟ ਦੇ ਵਿੱਚ ਇਹ ਚੀਜ਼ ਹੈਗੀ, ਉਹਦੇ ਵਿੱਚ ਫਿਰ ਇਦਾਂ ਹੈਗਾ ਕਿ ਵੀ ਹੈਵ ਟੂ ਪੁੱਟ ਅ ਨੋਟਿਸ ਔਨ ਦੈਟ ਕਿ ਦਿਸ ਇਜ਼ ਦਾ ਫਾਈਨਲ। ਦੇਖੋ ਇਦਾਂ ਹੁੰਦਾ ਕਿ ਜਦੋਂ ਕੋਈ ਪ੍ਰੋਬੇਟ ਲਈ ਕੋਈ ਵਿਲ ਜਾਂਦੀ ਹੈਗੀ ਹੈ ਜਾਂ ਕੋਈ ਐਪਲੀਕੇਸ਼ਨ ਜਾਂਦੀ ਹੈਗੀ ਹੈ ਤਾਂ ਉਸ ਦੇ ਵਿੱਚ ਕੀ ਹੈਗਾ ਕਿ ਜਦੋਂ ਵਿਲ ਜਾਂਦੀ ਹੈ ਤਾਂ ਐਗਜ਼ੀਕਿਊਟਰ ਜਿਹੜਾ ਹੈਗਾ ਜਿਹੜੇ ਵਿਲ ਦੇ ਵਿੱਚ ਜਿਨ੍ਹਾਂ ਦੇ ਨਾਮ ਹੈਗੇ ਉਹਨਾਂ ਦੇ ਨਾਲ ਡਿਸਕਸ਼ਨ ਕਰਦਾ ਹੈਗਾ। ਉਹ ਇਹ ਨਹੀਂ ਹੈਗਾ ਕਿ ਸਿਰਫ ਐਗਜ਼ੀਕਿਊਟਰ ਨੇ ਆਪਣੇ ਹਿਸਾਬ ਨਾਲ ਵੀ ਵਿਲ ਦੇ ਹਿਸਾਬ ਨਾਲ ਕਰ ਲਿਆ ਤਾਂ ਜਿਹੜਾ ਬੰਦਾ ਉਹ 'ਚ ਬੈਨੀਫਿਸ਼ਰੀ ਹੈਗਾ ਉਹਨੂੰ ਪਤਾ ਹੀ ਕੁਛ ਨਹੀਂ ਹੈਗਾ। ਐਗਜ਼ੀਕਿਊਟਰ ਦੀ ਪਹਿਲੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈਗੀ, ਈਵਨ ਕੋਰਟ ਦੀ ਵੀ ਇਹੀ ਚੀਜ਼ ਹੁੰਦੀ ਹੈ ਕਿ ਕੋਈ ਕਲੇਮੈਂਟ ਨਾ ਹੋਵੇ। ਲੇਕਿਨ ਫਿਰ ਵੀ ਇਹ ਚੀਜ਼ ਹੈਗੀ ਕਿ ਹੁਣ ਕਲੇਮੈਂਟ ਦੇ ਉੱਤੇ ਜਿਹੜਾ ਉਹਨੂੰ ਫਾਈਨਲ ਮੰਨ ਲਿਆ ਗਿਆ ਫਿਰ ਉਹ ਡਿਸੀਜਨ ਫਾਈਨਲ ਹੁੰਦਾ ਹੈ। ਸੋ ਇਹਦੀ ਕੋਈ ਫੀਸ ਵਗੈਰਾ ਵੀ ਹੁੰਦੀ ਹੈ? ਹਾਂਜੀ ਡੈਫੀਨਿਟਲੀ। ਹੁਣ ਪ੍ਰੋਬੇਟ ਨੂੰ ਅਸੀਂ ਮਤਲਬ ਕਿ ਜੇ ਤਾਂ ਕੋਈ ਸੰਪਤੀ ਸਾਡੀ ਲੈਸ ਦੈਨ 50,000 ਹੈਗੀ ਆ ਫਿਰ ਤਾਂ ਕੋਈ ਚਾਰजेस ਨਹੀਂ ਹੈਗੇ, ਪਰ ਜਦੋਂ ਹੀ ਸਾਡੀ ਸੰਪਤੀ ਦੀ ਕੀਮਤ 50,000 ਤੋਂ ਡਾਲਰ ਤੋਂ ਵੱਧ ਜਾਂਦੀ ਹੈਗੀ ਤਾਂ ਫਿਰ ਇਹ ਚੀਜ਼ ਹੈਗੀ ਕਿ 1.5% ਦਾ ਚਾਰਜ ਹੁੰਦਾ ਹੈਗਾ। ਮਤਲਬ ਜੇ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਦੀ 1 ਮਿਲੀਅਨ ਦੀ ਪ੍ਰਾਪਰਟੀ ਹੈਗੀ ਆ, 1 ਮਿਲੀਅਨ ਦੀ ਐਸੇਟ ਟ੍ਰਾਂਸਫਰ ਹੋ ਰਹੀ ਹੈਗੀ ਤਾਂ ਲਗਭਗ 14,500 ਉਹਦੇ ਉੱਤੇ ਇਕੱਲਾ ਖਰਚਾ ਪ੍ਰੋਬੇਟ ਦਾ ਆ ਜਾਏਗਾ। ਸੋ ਇਹ ਸਾਰਾ ਕੁਝ ਵੀ ਜਿਹੜਾ ਆ ਕਿ ਦੇਣਦਾਰੀਆਂ ਦੇ ਵਿੱਚ ਪਾਇਆ ਜਾਂਦਾ ਹੈ? ਫਿਰ ਨਹੀਂ ਮਤਲਬ ਕਿ ਦੇਣਦਾਰੀ 'ਚ ਤਾਂ ਪਾਇਆ ਜਾਂਦਾ ਹੈਗਾ ਕਿਉਂਕਿ ਲੇਕਿਨ ਇੱਕ ਗੱਲ ਹੈ ਨਾ, ਪ੍ਰੋਬੇਟ ਦੀ ਫੀ ਤਾਂ ਤੁਹਾਨੂੰ ਦੇਣੀ ਪਏਗੀ ਕਿਉਂਕਿ ਦੈਟ ਇਜ਼ ਅ ਕੋਰਟ ਫੀ। ਤੁਹਾਡੀਆਂ ਦੇਣਦਾਰੀਆਂ ਬਿਲਕੁਲ ਅਲੱਗ ਨੇ। ਹੁਣ ਪ੍ਰੋਬੇਟ ਦੀ ਫੀ ਤਾਂ ਜਿਹੜੀ ਕੋਰਟ ਨੂੰ ਪੇ ਕਰਨੀ ਹੈਗੀ ਅਸੀਂ। ਹਾਂ ਉਹਦੇ ਵਿੱਚ ਡੈਫੀਨਿਟਲੀ ਇਹ ਚੀਜ਼ ਹੋ ਸਕਦੀ, ਕੁਝ ਐਕਸੈਪਸ਼ਨਲ ਕੇਸਿਸ ਦੇ ਵਿੱਚ ਕੋਰਟ ਨੂੰ ਇਹ ਕਿਹਾ ਜਾ ਸਕਦਾ ਕਿ ਜੇ ਅੱਜ ਤੁਹਾਡੇ ਕੋਲ ਰਕਮ ਨਹੀਂ ਹੈਗੀ ਤਾਂ ਕੋਰਟ ਕੈਨ ਡਿਲੇ ਦੈਟ, ਬਟ ਇਹ ਵੀ ਉਹਨੂੰ ਮਾਫੀ ਨਹੀਂ ਹੋਏਗੀ ਵੀ ਕੋਰਟ ਨੂੰ ਮਤਲਬ ਤੁਹਾਡੀ ਉਹ ਜਿਹੜੀ ਪ੍ਰੋਬੇਟ ਫੀ ਹੈ ਤੁਹਾਨੂੰ ਦੇਣੀ ਹੀ ਪਵੇਗੀ। ਸੋ ਕੀ ਇਹਨੂੰ ਮਿਨੀਮਾਈਜ਼ ਵੀ ਕੀਤਾ ਜਾ ਸਕਦਾ? ਇਹਦੀ ਜਿਹੜੀ ਕਾਸਟ ਹੈਗੀ ਇਹਨੂੰ ਕੱਟ ਕੀਤਾ ਜਾ ਸਕਦਾ ਹੈ? ਦੇਖੋ ਪ੍ਰੋਬੇਟ ਦੀ ਫੀ ਜਿਹੜੀ ਹੈਗੀ ਆ ਉਹ ਡਿਪੈਂਡ ਕਰਦਾ ਤੁਹਾਡੀ ਕਿੰਨੀ ਸੰਪਤੀ ਹੈ, ਕਿੰਨੀ ਐਸੈਟਸ ਹੈਗੀਆਂ ਨਾ। ਹੁਣ ਜਿੱਦਾਂ ਮੈਂ ਦੱਸਿਆ ਕਿ 1 ਮਿਲੀਅਨ ਹੈਗੀ ਆ। ਹੁਣ ਪਹਿਲੀ ਗੱਲ ਇਹ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਪਲੈਨਰ ਦੇ ਨਾਲ ਬੈਠਦੇ ਹਾਂ, ਸਟੇਟ ਪਲੈਨਰ ਦੇ ਨਾਲ ਬੈਠਦੇ ਹਾਂ, ਪਹਿਲੇ ਅਸੀਂ ਇਹ ਚੀਜ਼ਾਂ ਦੇਖਦੇ ਵੀ ਕਿਹੜੀਆਂ ਚੀਜ਼ਾਂ ਨੂੰ ਅਸੀਂ ਪ੍ਰੋਬੇਟ ਤੋਂ ਬਾਹਰ ਰੱਖ ਸਕਦੇ ਹੈਗੇ ਆ। ਹੁਣ ਫੋਰ ਐਗਜ਼ਾਮਪਲ ਮੈਂ ਇਹ ਗੱਲ ਕਰਦਾ ਕਿ ਹੁਣ ਹਰ ਚੀਜ਼ ਤਾਂ ਸਾਡੀ ਸੰਪਤੀ ਹੈਗੀ ਆ। ਹੁਣ ਲਾਈਫ ਇੰਸ਼ੋਰੈਂਸ ਦਾ ਕਲੇਮ ਮਿਲਿਆ ਉਹ ਵੀ ਸੰਪਤੀ ਆ, RRSP ਵੀ ਸਾਡੀ ਸੰਪਤੀ ਹੈਗੀ ਆ, ਪਰ ਸਾਨੂੰ ਪਹਿਲੇ ਦੇਖਣਾ ਪਏਗਾ ਕਿ ਕਿਹੜੀਆਂ ਚੀਜ਼ਾਂ ਨੂੰ ਅਸੀਂ ਪ੍ਰੋਬੇਟ ਤੋਂ ਬਾਹਰ ਰੱਖਣਾ ਹੈ। ਸੋ ਇਹਦਾ ਮਤਲਬ ਇਹ ਹੈ ਕਿ ਪੂਰੀ ਥੋੜੀ ਜਾਇਦਾਦ ਦੇ ਉੱਤੇ ਨਹੀਂ ਇਹ ਫੀਸ ਲੱਗਦੀ, ਜਿੰਨੇ ਕੁ ਪੋਰਸ਼ਨ ਨੂੰ ਤੁਸੀਂ ਪ੍ਰੋਬੇਟ ਕਰਵਾਉਣਾ ਚਾਹੁੰਦੇ ਹੋ ਉਹਦੇ ਤੇ ਲੱਗਦੀ, ਉਹਦੇ ਵਿੱਚ ਹੈਗਾ। ਲੇਕਿਨ ਫਿਰ ਉਹੀ ਗੱਲ ਹੈ ਵੀ ਕਈ ਵਾਰ ਕੀ ਹੁੰਦਾ ਹੈਗਾ, ਫੋਰ ਐਗਜ਼ਾਮਪਲ ਪ੍ਰੋਬੇਟ ਤੁਹਾਡੀ ਪੂਰੀ ਸੰਪਤੀ ਤੇ ਲੱਗਦੀ ਹੈ। ਫੋਰ ਐਗਜ਼ਾਮਪਲ ਕੀ ਹੈਗਾ ਕਿ ਰੀਅਲ ਸਟੇਟ ਦੀ ਗੱਲ ਕਰੀਏ, ਉਹ ਤੁਹਾਡੀ ਪ੍ਰੋਬੇਟ ਤੋਂ ਬਾਹਰ ਹੋ ਗਈ ਕਿਉਂਕਿ ਉਹ ਜੁਆਇੰਟ ਟੈਨੈਂਸੀ ਸੀਗੀ, ਲੇਕਿਨ ਤੁਹਾਡੀ ਹੁਣ 1000 ਜਾਂ 2000 ਦੀ ਜਾਂ 10,000 ਦੀ ਪੇਮੈਂਟ ਜਿਹੜੀ ਬੈਂਕ ਦੇ ਵਿੱਚ ਹੈਗੀ ਜਿਸ 'ਚ ਪ੍ਰੋਬੇਟ ਕਰਾਉਣਾ ਜ਼ਰੂਰੀ ਹੈਗਾ। ਹੁਣ ਫਿਰ ਪ੍ਰੋਬੇਟ ਤੁਹਾਡੀ ਪੂਰੀ ਪ੍ਰਾਪਰਟੀ ਦੇ ਵਿੱਚ ਆ ਜਾਏਗੀ। ਸੋ ਇਟ ਮੀਨਸ ਨਾਓ ਜਿਹੜਾ $1 ਮਿਲੀਅਨ ਦਾ ਜਾਂ $2 ਮਿਲੀਅਨ ਦਾ ਘਰ ਹੈਗਾ, ਅਗਰ ਉੱਤੇ ਜਿਹੜੀ ਵੈਲਿਊ ਬਣਦੀ ਉਹ ਵੀ ਪ੍ਰੋਬੇਟ ਦਾ ਹਿੱਸਾ ਬਣ ਜਾਏਗੀ। ਸੋ ਇਹ ਬੜੀ ਕੇਅਰਫੁਲੀ ਪਲਾਨ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਤੁਸੀਂ ਪ੍ਰੋਬੇਟ, ਪਹਿਲੀ ਗੱਲ ਤਾਂ ਜਦੋਂ ਵਿਲ ਕਰਨੀ ਹੈਗੀ ਆ, ਦੇਖੋ ਪਿਛਲੇ ਐਪੀਸੋਡ 'ਚ ਵੀ ਅਸੀਂ ਗੱਲ ਕੀਤੀ ਸੀ, ਵਿਲ ਕੈਨ ਵੀ ਵੈਰੀ ਸਿੰਪਲ ਕਿ ਤੁਸੀਂ ਘਰ ਬੈਠੇ ਹੋ ਤਾਂ ਵਿਲ ਬਣਾ ਸਕਦੇ ਹੋ, ਜਿਹੜੀ ਆਪਾਂ ਹੋਲੋਗ੍ਰਾਫਿਕ ਵਿਲ ਕਹਿੰਦੇ ਹੈਗੇ ਆ, ਜਾਂ ਲਾਇਰ ਦੇ ਕੋਲ ਜਾ ਸਕਦੇ ਹੈਗੇ ਆ। ਆਈ ਡੋਂਟ ਐਨਕਰੇਜ ਕਿ ਤੁਸੀਂ ਜਾ ਕੇ ਆਪਣਾ ਖਰਚਾ ਕਰੋ, ਲੇਕਿਨ ਗੱਲ ਇਹ ਹੈਗੀ ਕਿ ਅਗਰ ਤੁਸੀਂ ਕੈਪੇਬਲ ਹੈਗੇ ਤਾਂ ਯੂ ਕੈਨ ਡਰਾ ਦੈਟ ਵਿਲ ਬਾਈ ਯੋਰਸੈਲਫ। ਲੇਕਿਨ ਜਿਹੜੇ ਐਕਸਪਰਟਸ ਹੈਗੇ ਨੇ, ਜਿਹੜੇ estate planners ਹੈਗੇ ਨੇ ਜਾਂ ਜਿਹੜੇ lawyers ਹੈਗੇ ਨੇ, ਦੇ ਨੋ ਕਿ ਕਿੱਥੇ ਮੁਸ਼ਕਲਸ ਆ ਸਕਦੀਆਂ ਨੇ, ਜਿੱਥੇ ਉਹ ਤੁਹਾਨੂੰ ਗਾਈਡ ਕਰ ਸਕਦੇ ਨੇ ਕਿ ਹਾਂ ਇਸ ਤਰੀਕੇ ਨਾਲ ਵਿਲ ਨੂੰ ਡਰਾਫਟ ਕੀਤਾ ਜਾਵੇ ਤਾਂ ਕਿ ਕੱਲ ਨੂੰ ਤੁਹਾਨੂੰ, ਦੇਖੋ ਵਿਲ ਡਸਨਟ ਮੀਨ ਕਿ ਤੁਸੀਂ ਟ੍ਰਾਂਸਫਰ ਕਰ ਰਹੇ ਹੋ, ਵਿਲ ਦੇ ਵਿੱਚ ਇਸ ਚੀਜ਼ ਦਾ ਵੀ ਆਨਸਰ ਹੋਊਗਾ ਕਿ ਹਾਂ ਵੀ ਉਹ ਪ੍ਰੋਬੇਟ ਦਾ ਕਿਵੇਂ, ਕਿਹੜੀ ਸੰਪਤੀ ਜਿਹੜੀ ਹੈਗੀ ਆ ਉਹਦੇ ਉੱਤੇ ਟੈਕਸ ਲੱਗਣਾ ਹੈ, ਕਿਹਦੇ ਉੱਤੇ ਨਹੀਂ ਲੱਗਣਾ ਹੈਗਾ, ਕਿਹਨੂੰ ਪ੍ਰੋਬੇਟ ਦੇ ਵਿੱਚ ਪਾਣਾ, ਕਿਹਨੂੰ ਪ੍ਰੋਬੇਟ 'ਚ ਨਹੀਂ ਪਾਣਾ। ਲੇਕਿਨ ਫਿਰ ਵੀ ਕਾਫੀ ਸਾਰੇ ਤਰੀਕੇ ਹੈਗੇ ਜਿਹਨਾਂ ਨਾਲ ਅਸੀਂ ਪ੍ਰੋਬੇਟ ਜਿਹੜਾ ਹੈਗਾ ਆ ਉਹਨੂੰ ਆਪਾਂ ਮਤਲਬ ਕਿ ਕਈ ਚੀਜ਼ਾਂ ਤੋਂ ਬਚਾ ਸਕਦੇ ਹੈਗੇ ਆ। ਫੋਰ ਐਗਜ਼ਾਮਪਲ ਜਿਵੇਂ ਕਿ ਅਸੀਂ ਟਰਸਟ ਬਣਾ ਲਈਏ, ਜਿੰਦੇ ਜੀ ਮੈਂ ਆਪਣੀ ਸੰਪਤੀ ਨੂੰ ਟਰਸਟ 'ਚ ਰੱਖ ਲਿਆ ਤੇ ਹੁਣ ਜਿਹੜੀ ਹੈਗੀ ਆ ਉਹ ਟਰਸਟ ਜਿਹੜਾ ਹੈਗਾ ਜਿਹੜੀ ਵੀ ਚੀਜ਼ ਟਰਸਟ 'ਚ ਪ੍ਰੋਬੇਟ ਨਹੀਂ ਲੱਗਦਾ ਹੈਗਾ। ਜਾਂ ਫਿਰ ਜੁਆਇੰਟ ਟੈਨੈਂਸੀ ਵਾਲੀ ਜਿਹੜੀ ਗੱਲ ਹੈਗੀ ਹੈ ਕਿ ਮੈਂ ਆਪਣੀ ਪ੍ਰਾਪਰਟੀ ਦੇ ਵਿੱਚ ਆਪਣੀ ਵਾਈਫ ਨੂੰ ਜਾਂ ਮਤਲਬ ਕਿ ਉਹਨਾਂ ਨੂੰ ਆਪਣਾ ਜੁਆਇੰਟ ਬਣਾ ਲਿਆ, ਨਾਓ ਦੈਟ ਵਿਲ ਰੋਲ ਓਵਰ, ਉਹ 'ਚ ਪ੍ਰੋਬੇਟ ਨਹੀਂ ਲੱਗੇਗਾ। ਫਿਰ ਲਾਈਫ ਇੰਸ਼ੋਰੈਂਸ ਦੇ ਵਿੱਚ ਬੈਨੀਫਿਸ਼ਰੀ ਆਪਾਂ ਬਣਾ ਲੈਂਦੇ ਜਾਂ RRSP 'ਚ ਬੈਨੀਫਿਸ਼ਰੀ ਬਣਾ ਲੈਂਦੇ ਹੈਗੇ ਆ। ਮਤਲਬ ਕੁਝ ਐਸੇ ਤਰੀਕੇ ਹੈਗੇ ਡੈਫੀਨਿਟਲੀ ਕਿ ਜਿਨ੍ਹਾਂ ਨਾਲ ਅਸੀਂ ਪ੍ਰੋਬੇਟ ਨੂੰ ਬਚਾ ਸਕਦੇ ਹਾਂ ਉਸ ਪ੍ਰਾਪਰਟੀ ਦੇ ਜਿੱਥੇ ਸਾਨੂੰ ਪ੍ਰੋਬੇਟ ਨਾ ਦੇਣਾ ਪਵੇ। ਲੇਕਿਨ ਕਈ ਐਸੇ ਜਿਹੜੇ ਪ੍ਰਾਪਰਟੀਜ਼ ਜਿੱਥੇ ਮੰਨ ਲਓ ਸਿੰਗਲ ਮੇਰੇ ਕੋਲ ਜੁਆਇੰਟ ਮਤਲਬ ਸਿੰਗਲ ਓਨਰ ਹੈਗਾ ਮੈਂ ਰੀਅਲ ਸਟੇਟ ਦਾ, ਉੱਥੇ ਪ੍ਰੋਬੇਟ ਲੱਗਣਾ ਤਾਂ ਲੱਗਣਾ ਹੀ ਹੈਗਾ। ਜੀ ਇਹਦੇ ਬਾਰੇ ਗੱਲ ਕਰਾਂਗੇ, ਪਹਿਲਾਂ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੈਂ ਇੱਥੇ ਵੈਨਕੂਵਰ ਏਰੀਆ ਤੋਂ ਹਾਂ ਜੀ। ਹਾਂਜੀ ਹਾਂਜੀ ਮੈਂ ਪੁੱਛਣਾ ਸੀ ਕਿ ਜਿਸ ਤਰ੍ਹਾਂ ਜਿਹੜੀ ਇੰਡੀਆ ਦੀ ਬਿੱਲ ਬਣੀ ਹੋਵੇ ਰਜਿਸਟਰਡ ਬਿੱਲ, ਉਹ ਇੱਥੇ ਕੰਮ ਕਰਦੀ ਹੈ ਕਿ ਨਹੀਂ? ਇੰਡੀਆ ਦੀ ਬਿੱਲ ਸਦਾ ਸਵੇਦਾ ਜੀ ਕਿ ਜਿਹੜੀ ਆਪਾਂ ਟੀਵੀ ਤੇ ਆਨਸਰ ਦਈਏ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਇਸ ਤੋਂ ਇਲਾਵਾ ਤਾਂ ਨਹੀਂ ਤੁਹਾਡਾ ਕੋਈ ਸਵਾਲ?
ਇੱਕ ਤਾਂ ਮੈਂ ਇਹ ਪੁੱਛਣਾ ਜੀ, ਦੂਸਰਾ ਜੇ ਮੈਂ ਇੱਥੇ ਕੇਸ ਕਰਾਂ, ਅਸੀਂ 2 ਭਾਈ ਆ, ਮੇਰੇ ਫਾਦਰ ਦਾ ਮਤਲਬ ਡੈਥ ਹੋ ਗਈ ਆ, ਵੈਲ ਉਹਨਾਂ ਨੇ ਬਣਾਈ ਦੀ ਆ, ਬਾਕੀ ਮੇਰੇ ਕੋਲ ਵਾਇਸ ਰਾਈਟਡ ਹੈਗਾ ਉਹਨਾਂ ਦਾ, ਜਿਹੜਾ ਉਹ ਡੈਥ ਤੋਂ ਹਫ਼ਤਾ 10 ਦਿਨ ਪਹਿਲਾਂ ਕਰਾ ਕੇ ਗਏ ਆ ਜੀ, ਤੇ ਉਹ ਪੈਸੇ ਮੇਰੇ ਬ੍ਰਦਰ ਨੇ ਚੱਕ ਲਏ ਆ, ਤੇ ਮੈਂ ਕੇਸ ਨਹੀਂ ਕੀਤਾ। ਦਸੰਬਰ 2 ਸਾਲ ਹੋਣੇ ਆ, 15 ਮੈਂ ਦੱਸਦਾ ਜੀ, ਉਦੋਂ ਤੱਕ ਮੈਂ ਕੇਸ ਕਰ ਸਕਦਾ ਕਿ ਮੈਨੂੰ ਕਿਸ ਟਾਈਮ 'ਚ ਫਾਇਦਾ ਹੋਊ ਕਿ ਨਹੀਂ ਹੋਊ। ਕੁਝ ਪੁੱਛਣਾ ਹੈ ਆਨਸਰ ਤੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਪ੍ਰੋਗਰਾਮ 'ਚ। ਮੈਮ ਜਿਹੜਾ ਇਹਨਾਂ ਦਾ ਪਹਿਲਾ ਹੈਗਾ, ਕਿਉਂਕਿ ਉਹਦਾ ਮੈਂ ਜਵਾਬ ਦੇ ਸਕਦਾ, ਤੇ ਦੂਸਰਾ ਜਿਹੜਾ ਹੈਗਾ ਕਿਉਂਕਿ ਉਹ ਮੇਰੇ ਵੀ ਉਹ ਤੋਂ ਬਾਹਰ ਹੈਗਾ, ਇਹ ਲਾਇਰ ਹੀ ਉਹਨਾਂ ਨੂੰ ਬੈਟਰ ਦੱਸ ਸਕਦਾ ਜਿਹੜੇ ਕਿ ਲਿਟੀਗੇਸ਼ਨ ਵਾਲੇ ਲਾਇਰਸ ਹੈਗੇ ਨੇ। ਜਿਹੜਾ ਇੰਡੀਆ ਵਾਲੀ ਬਿੱਲ ਹੈਗੀ, ਜਿਹਦਾ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਜਿਹੜੇ ਇੰਟਰਨੈਸ਼ਨਲ ਬਿਲਸ ਹੈਗੀਆਂ ਨੇ, ਉਹ ਅਗਰ ਅਸੀਂ ਇੰਟਰਨੈਸ਼ਨਲ ਬਿੱਲ ਕਰਕੇ ਬਣਾਈ ਹੈਗੇ ਤਾਂ ਦੇ ਆਰ ਵੈਲਿਡ ਐਵਰੀਵੇਅਰ। ਜੇ ਆਪਾਂ ਕੈਨੇਡਾ 'ਚ ਬੈਠ ਕੇ ਇੰਡੀਆ ਦੀ ਪ੍ਰਾਪਰਟੀ ਕਰ ਸਕਦੇ ਹਾਂ, ਇੰਡੀਆ ਦੇ ਵਿੱਚ ਅਸੀਂ ਇੱਥੇ ਦੀਆਂ ਪ੍ਰਾਪਰਟੀਜ਼ ਵੀ ਕਰ ਸਕਦੇ। ਸੋ ਬਿੱਲ ਉਹੀ ਡਿਪੈਂਡ ਕਰਦਾ, ਜਿੱਦਾਂ ਮੈਂ ਹੁਣ ਗੱਲ ਕਰ ਰਿਹਾ ਸੀ ਵੀ ਵੈਦਰ ਇਜ਼ ਅ ਹੋਲੋਗ੍ਰਾਮ ਬਿੱਲ ਹੈਗੀ ਹੈ, ਇੰਗਲਿਸ਼ ਬਿੱਲ ਹੈਗੀ ਹੈ ਕਿ ਇੰਟਰਨੈਸ਼ਨਲ ਬਿੱਲ ਹੈਗੀ ਹੈ ਨਾ। ਜੇ ਉਹਨੂੰ ਅਸੀਂ ਇੰਟਰਨੈਸ਼ਨਲ ਦੇ ਹਿਸਾਬ ਨਾਲ ਬਣਾਇਆ ਹੈਗਾ ਤਾਂ ਦੈਨ ਓਨਲੀ ਇਟ ਵਿਲ ਬੀ ਵੈਲਿਡ। ਅਗਰ ਮੈਂ ਉਹਨੂੰ ਉਸੇ ਦੇ ਯੂਰੀਡਿਕਸ਼ਨ 'ਚ ਬਣਾਇਆ ਹੈਗਾ ਤੇ ਦੈਨ ਉਹ ਉੱਥੇ ਹੀ ਵੈਲਿਡ ਹੋਵੇਗੀ, ਫਿਰ ਮੈਨੂੰ ਇੱਥੇ ਲਈ ਉਹ ਬਿੱਲ ਜਿਹੜੀ ਹੈਗੀ ਉਹ ਚੇਂਜ ਕਰਨੀ ਪਵੇਗੀ। ਪਰ ਹੋਪਫੁਲੀ ਅਗਰ ਇਹਨਾਂ ਨੇ ਬਿੱਲ ਤਿਆਰ ਕਰਵਾਈ ਹੈਗੀ ਔਰ ਇੰਟਰਨੈਸ਼ਨਲ ਬਿੱਲ ਹੈਗੀ ਤਾਂ ਉਹ ਇੱਥੇ ਕੈਨੇਡਾ 'ਚ ਵੀ ਕੰਮ ਕਰੇਗੀ। ਬਿਲਕੁਲ। ਤੇ ਸੈਕੰਡ ਸਵਾਲ ਦਾ ਜਵਾਬ ਕਿਸੇ ਤੁਸੀਂ ਐਕਚੁਅਲੀ ਕਾਨੂੰਨੀ ਮਾਹਿਰ ਤੋਂ ਲੈ ਸਕਦੇ ਹੋ, ਤੁਹਾਨੂੰ ਜ਼ਿਆਦਾ ਬੈਟਰ ਵੇ ਨਾਲ ਗਾਈਡ ਕਰ ਸਕਦੇ ਨੇ। ਇੱਥੇ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਤੇ ਪ੍ਰੋਬੇਟ ਦੇ ਬਾਰੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਹੋਰ ਜਾਣਕਾਰੀ ਦੇਵਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਪੈਸਾ ਤੇ ਲਾਵਿਸ਼ ਤੇ ਵਿਕਰਮ ਜੰਜੂਆ ਜੀ ਸਾਨੂੰ ਅੱਜ ਪ੍ਰੋਬੇਟ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਨੇ। ਆਪਾਂ ਬਿੱਲ ਦੇ ਬਾਰੇ ਵਿੱਚ ਗੱਲਬਾਤ ਕੀਤੀ, ਆਪਾਂ ਪਾਵਰ ਆਫ ਅਟਰਨੀ ਦੇ ਬਾਰੇ ਵਿੱਚ ਗੱਲਬਾਤ ਕੀਤੀ ਤੇ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਪ੍ਰੋਬੇਟ ਨੂੰ ਲੈ ਕੇ। ਸੋ ਜਾਇਦਾਦ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ ਜਾਂ ਫਾਈਨੈਂਸ਼ੀਅਲ ਮੈਟਰ ਦੇ ਉੱਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਬ੍ਰੇਕ ਤੇ ਜਾਣ ਤੋਂ ਪਹਿਲਾਂ ਸਰ ਆਪਾਂ ਗੱਲਬਾਤ ਕਰ ਰਹੇ ਸੀ ਪ੍ਰੋਬੇਟ ਦੇ ਬਾਰੇ ਵਿੱਚ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਵੀ ਆਪਾਂ ਪੋਰਸ਼ਨ ਪ੍ਰੋਬੇਟ ਕਰਵਾਉਂਦੇ ਹਾਂ ਉਹ ਤੇ ਲੱਗੇਗਾ ਹੀ ਲੱਗੇਗਾ, ਪੈਸੇ ਉਹਦੇ ਦੇਣੇ ਹੀ ਪੈਣੇ ਆ। ਸੋ ਕੀ ਇਹ ਹੈ ਕਿ ਇਸ ਨੂੰ ਕਿਸੇ ਤਰੀਕੇ ਨਾਲ ਟਾਲਿਆ ਜਾ ਸਕਦਾ ਜਾਂ ਇਸ ਨੂੰ ਨਾ ਸਾਨੂੰ ਇਸ ਦੀ ਜ਼ਰੂਰਤ ਪਵੇ ਜਾਂ ਇਹਨੂੰ ਮਿਨੀਮਾਈਜ਼ ਕੀਤਾ ਜਾ ਸਕਦਾ? ਕੁਝ ਸਟ੍ਰੈਟਜੀਜ਼ ਹੈਗੀਆਂ ਨੇ ਜਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਤਲਬ ਕਿ ਇਸ ਨੂੰ ਪ੍ਰੋਬੇਟ ਨੂੰ ਕੁਝ ਦੇਰ ਲਈ ਹਟਾ ਸਕਦੇ ਆ ਜਾਂ ਖਤਮ ਕਰ ਸਕਦੇ ਆ। ਜਿਵੇਂ ਕਿ ਮੈਂ ਗੱਲ ਕੀਤੀ ਸੀ ਜੁਆਇੰਟ ਓਨਰਸ਼ਿਪ ਜਾਂ ਜੁਆਇੰਟ ਟੈਨੈਂਸੀ ਜਿਹਨੂੰ ਕਹਿੰਦੇ ਨੇ, ਰਾਈਟ ਆਫ ਸਰਵਾਈਵਰਸ਼ਿਪ ਹੁੰਦਾ ਹੈਗਾ ਕਿ ਇੱਕ ਪ੍ਰਾਪਰਟੀ ਜਿਹੜੀ ਹੈਗੀ ਇੱਕ ਦੇ ਨਾਮ ਤੇ ਨਾ ਹੋਣ ਕਰਕੇ 2 ਦੇ ਨਾਮ ਤੇ ਹੋਵੇ ਤਾਂ ਕਿ ਦੂਸਰੇ ਸਪਾਊਸ ਨੂੰ ਰੋਲ ਓਵਰ ਹੋ ਜਾਵੇ। ਪਰ ਉਹਦੇ ਵਿੱਚ ਵੀ ਇਹ ਹੈਗਾ ਕਿ ਸਪਾਊਸ ਨੂੰ ਰੋਲ ਓਵਰ ਹੋਏਗੀ ਕਿਤੇ ਫਰੈਂਡਸ ਜਾਂ ਕਿਤੇ ਕਿਸੇ ਨਾਲ ਮਿਲ ਕੇ ਲੈਣੇ, ਦੈਟ ਇਜ਼ ਅ ਡਿਫਰੈਂਟ ਥਿੰਗ ਹੈ ਨਾ। ਉਹ ਤੁਹਾਨੂੰ ਸਟੇਟ ਲਾਇਰ ਜ਼ਿਆਦਾ ਬੈਟਰ ਦੱਸ ਸਕਦਾ ਹੈਗਾ। ਸੈਕੰਡ ਚੀਜ਼ ਹੈ ਕਈ ਵਾਰ ਅਸੀਂ ਟਰਸਟ ਬਣਾ ਲੈਂਦੇ ਹੈਗੇ ਆ। ਟਰਸਟ ਬਣਾਉਣ ਦਾ ਮਤਲਬ ਹੈਗਾ ਕਿ ਆਪਾਂ ਜਿੰਦੇ ਜੀ ਆਪਣੀ ਪ੍ਰਾਪਰਟੀ ਹੈ ਜਾਂ ਆਪਣਾ ਜੋ ਸੰਪਤੀ ਹੈਗੀ ਟਰਸਟ ਦੇ ਨਾਮ ਤੇ ਕਰ ਦਿੰਦੇ ਆ। ਫਿਰ ਉਹਦੇ ਵਿੱਚ ਵੀ ਅਲੱਗ ਕਲੌਜ਼ਸ ਹੈਗੇ ਨੇ ਕਿ ਮੈਂ ਉਹਦੇ ਵਿੱਚ ਕਿੰਨੀ ਕੁ ਰਾਈਟ ਉਹਦਾ ਰਾਈਟ ਰੱਖਣਾ ਚਾਹੁੰਦਾ ਜਾਂ ਨਹੀਂ ਰੱਖਣਾ ਚਾਹੁੰਦਾ। ਬਟ ਟਰਸਟ ਵੀ ਇੱਕ ਤਰੀਕਾ ਹੈਗਾ ਜਿਸ ਨੂੰ ਅਸੀਂ ਕਹਿ ਸਕਦੇ ਕਿ ਅਸੀਂ ਪ੍ਰੋਬੇਟ ਦੀ ਫੀ ਨੂੰ ਅਵੋਇਡ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਕਈ ਵਾਰ ਇਹ ਚੀਜ਼ ਹੁੰਦੀ ਕਿ ਅਸੀਂ ਕਹਿੰਦੇ ਗਿਫਟ ਦੇ ਰੂਪ ਦੇ ਵਿੱਚ ਚੀਜ਼ ਦੇ ਦਈਏ, ਲੇਕਿਨ ਹੁਣ ਗਿਫਟ ਜਿਹੜਾ ਹੈਗਾ ਪ੍ਰੋਬੇਟ ਨੂੰ ਤਾਂ ਰੋਕ ਦਿੰਦਾ ਹੈਗਾ। ਪਰ ਹੋ ਸਕਦਾ ਕਿ ਗਿਫਟ ਦੇਣ ਵੇਲੇ ਮੈਨੂੰ ਉਹਦਾ ਟੈਕਸ ਦੇਣਾ ਪਵੇ ਕਿਉਂਕਿ ਗਿਫਟ ਯਾਨੀ ਕਿ ਮੈਂ ਉਸ ਚੀਜ਼ ਨੂੰ ਸੇਲ ਕਰ ਰਿਹਾ ਹਾਂ। ਭਾਵੇਂ ਮੈਂ ਇਹਨੂੰ ਗਿਫਟ ਦੇ ਰੂਪ 'ਚ ਦੇ ਰਿਹਾ ਹੈਗਾ ਪਰ ਗਵਰਨਮੈਂਟ ਦੀ ਨਿਗਾਹ ਦੇ ਵਿੱਚ ਟੈਕਸ ਦੀ ਲਾਇਬਿਲਿਟੀ ਮੇਰੀ ਹੋ ਸਕਦੀ ਹੈਗੀ ਹੈ। ਸੋ ਇਸ ਕਰਕੇ ਜਦੋਂ ਅਸੀਂ ਗਿਫਟ ਦੇਣਾ ਹੈਗਾ ਤਾਂ ਉਹ ਵੀ ਫਿਰ ਵੀ ਅਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰਕੇ ਜਾਂ ਅਕਾਊਂਟੈਂਟ ਨਾਲ ਗੱਲ ਕਰਕੇ ਕਿ ਗਿਫਟ ਦੇਣ ਦੇ ਨਾਲ ਮੈਨੂੰ ਗਿਫਟ ਦਾ ਟੈਕਸ ਨਹੀਂ ਪਵੇਗਾ। ਫਿਰ ਇਹ ਚੀਜ਼ ਹੁੰਦੀ ਹੈ ਕਿ ਜਿੱਦਾਂ ਮੈਂ ਬੈਨੀਫੀਸ਼ੀਅਰੀ ਦੀ ਗੱਲ ਕੀਤੀ ਸੀ ਕਿ ਅਸੀਂ ਬੈਨੀਫੀਸ਼ੀਅਰੀ ਅਪਾਇੰਟ ਕਰਦੇ ਹੈਗੇ ਉਹ ਪ੍ਰੋਬੇਟ ਨੂੰ ਬਾਈਪਾਸ ਕਰ ਜਾਂਦੇ ਹੈਗੇ ਕਿਉਂਕਿ ਬੈਨੀਫੀਸ਼ੀਅਰੀ ਮੀਨਸ ਕਿ ਮੈਂ ਕਿਸੇ ਬੰਦੇ ਨੂੰ ਡੈਜ਼ਿਗਨੇਟ ਕਰਤਾ ਕਿ ਮੇਰਾ ਇਹ ਵਾਲਾ ਜਿਹੜਾ ਹੈਗਾ ਪੈਸਾ ਇਸ ਵਿਅਕਤੀ ਨੂੰ ਜਾਣਾ ਚਾਹੀਦਾ। ਪਰ ਬੈਨੀਫੀਸ਼ੀਅਰੀ ਵੀ ਹਰ ਜਗ੍ਹਾ ਤੇ ਲਾਗੂ ਨਹੀਂ ਹੋਣਗੇ। ਲਾਈਫ ਇੰਸ਼ੋਰੈਂਸ ਹੋ ਗਈ ਜਾਂ ਇਨਵੈਸਟਮੈਂਟ ਜਿੱਦਾਂ ਰਜਿਸਟਰਡ ਇਨਵੈਸਟਮੈਂਟਸ RRSP TFSAs ਹੋ ਗਏ ਉਹਨਾਂ 'ਚ ਅਸੀਂ ਬੈਨੀਫੀਸ਼ੀਅਰੀ ਪਾ ਸਕਦੇ ਹੈਗੇ ਹਾਂ। ਫਿਰ ਇੱਕ ਹੋਰ ਤਰੀਕਾ ਹੈਗਾ ਜਿਸ ਨਾਲ ਹੋ ਸਕਦਾ ਉਹਨੂੰ ਮਲਟੀਪਲ ਵਿਲਸ ਕਹਿੰਦੇ ਨੇ। ਮਲਟੀਪਲ ਵਿਲਸ ਇਹ ਹੈਗਾ ਕਿ ਤੁਸੀਂ ਵਿਲ ਬਣਾਈ ਹੈਗੀ ਆ ਉਹਦੇ ਵਿੱਚ 2 ਤਰ੍ਹਾਂ ਦੀ ਵਿਲਸ ਬਣਾਤੀਆਂ। ਪਹਿਲੀ ਵਿਲ ਇਹ ਹੈਗੀ ਕਿ ਜਿਹਦੇ ਵਿੱਚ ਪ੍ਰੋਬੇਟ ਵਾਲੀ ਸੰਪਤੀ ਹੈਗੀ ਹੈ, ਦੂਜੇ ਵਿੱਚ ਉਹ ਵਾਲੀਆਂ ਚੀਜ਼ਾਂ ਦੀ ਡਿਸਟ੍ਰੀਬਿਊਸ਼ਨ ਹੈ ਜਿਹਦੇ ਤੇ ਪ੍ਰੋਬੇਟ ਨਹੀਂ ਲੱਗਣਾ ਹੈਗਾ। ਕਿਉਂਕਿ ਜਦੋਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਅਗਰ ਕਿਸੇ ਇੱਕ ਚੀਜ਼ ਕਰਕੇ ਪ੍ਰੋਬੇਟ ਦੀ ਜ਼ਰੂਰਤ ਪੈ ਜਾਏ ਫਿਰ ਉਹ ਸਾਰੀ ਸੰਪਤੀ ਦੇ ਉੱਤੇ ਪ੍ਰੋਬੇਟ ਮੰਗੀ ਜਾਂਦੀ ਹੈਗੀ। ਸੋ ਇਟ ਇਜ਼ ਆਲਵੇਜ਼ ਬੈਟਰ ਕਿ ਆਪਾਂ ਮਤਲਬ ਕਿਸੇ ਸਟੇਟ ਲਾਇਰ ਦੇ ਨਾਲ ਗੱਲ ਕਰਕੇ ਅਗਰ ਸਾਡੀਆਂ ਦੇਖੋ ਅਗਰ ਸਿੰਪਲ ਤੁਹਾਡੀ ਸੰਪਤੀ ਹੈਗੀ ਹੈ ਜਾਂ ਕੋਈ ਵੀ ਚੀਜ਼ ਨਹੀਂ ਹੈਗੀ ਤੁਹਾਡੇ ਕੋਲ ਡਿਸਟ੍ਰੀਬਿਊਟ ਕਰਨ ਵਾਲੀ ਤਾਂ ਪ੍ਰੋਬੇਟ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਇਹ ਪ੍ਰੋਬੇਟ ਦੀ ਜ਼ਰੂਰਤ ਤਦ ਪੈਂਦੀ ਜਦੋਂ ਕੁਝ ਕੰਪਲੈਕਸ਼ਨਸ ਹੋਣ ਉਸ ਸੰਪਤੀ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਜਾਂ ਕੋਈ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੇ ਤੁਹਾਡੇ ਲਾਭਪਾਤਰ ਹੈਗੇ ਆ ਉਹਨਾਂ ਦੇ ਵਿੱਚ ਕੋਈ ਲਿਟੀਗੇਸ਼ਨ ਵਾਲੀ ਗੱਲ ਹੋ ਸਕਦੀ ਹੈ ਤੇ ਦੈਨ ਯੂ ਹੈਵ ਟੂ ਗੋ ਥਰੂ ਦੈਟ ਵੀ ਉਹ ਪ੍ਰੋਬੇਟ ਉੱਥੇ ਜ਼ਰੂਰਤ ਹੁੰਦੀ ਕਿਉਂਕਿ ਐਗਜ਼ੀਕਿਊਟਰ ਕਿਸੇ ਵੀ ਤਰੀਕੇ ਦੇ
ਪੰਗੇ ਤੋਂ ਬਚਣਾ ਚਾਹੇਗਾ, ਓਕੇ, ਉਹ ਆਪਣੇ ਆਪ ਨੂੰ ਉਸ 'ਚ ਇੰਡਲਜ ਨਹੀਂ ਕਰਨਾ ਚਾਹੇਗਾ। ਸੇਮ ਇਸੇ ਤਰੀਕੇ ਨਾਲ ਇੰਸਟੀਚਿਊਟਸ ਜਿੱਥੇ ਸਾਡੀ ਇਨਵੈਸਟਮੈਂਟਸ ਪਈ ਹੈਗੀ ਆ, ਉਹ ਵੀ ਚਾਹੁੰਦੇ ਕਿ ਵੀ ਸ਼ੁੱਡ ਕਮ ਕਲੀਅਰ ਔਨ ਦੈਟ ਕਿ ਕੌਣ ਇਹਦਾ ਅਸਲ ਹੱਕਦਾਰ ਹੈਗਾ। ਭਾਵੇਂ ਬਿੱਲ ਲਿਖੀ ਗਈ ਹੈਗੀ ਆ, ਭਾਵੇਂ ਐਗਜ਼ੀਕਿਊਟਰ ਹੈਗਾ, ਬਟ ਦੇ ਡੋਨਟ ਨੋ ਕਿ ਹੂ ਇਜ਼ ਅ ਰਾਈਟਫੁਲ ਐਗਜ਼ੀਕਿਊਟਰ ਐਂਡ ਕੀ ਬਿੱਲ ਬਿਲਕੁਲ ਸਹੀ ਹੈ ਕਿ ਨਹੀਂ ਹੈ। ਇਸ ਕਰਕੇ ਉਹ ਪ੍ਰੋਵੇਟ ਕਰਵਾਉਣੀ ਜ਼ਰੂਰੀ ਹੈਗੀ। ਲੇਕਿਨ ਅਗਰ ਜਿਹੜੀਆਂ ਮੈਂ ਤੁਹਾਨੂੰ 2-4 ਚੀਜ਼ਾਂ ਦੱਸੀਆਂ ਨੇ, ਅਗਰ ਇਹ ਚੀਜ਼ਾਂ ਹੁੰਦੀਆਂ ਨੇ, ਇਹਨਾਂ 'ਚ ਕੋਈ ਵੀ ਇੱਕ ਫਾਰਮੂਲਾ ਜਿਹੜਾ ਹੈਗਾ ਕਿਤੇ ਨਾ ਕਿਤੇ ਫਿੱਟ ਹੋ ਕੇ ਤੁਹਾਡੀ ਪ੍ਰੋਵੇਟ ਦੀ ਫੀ ਨੂੰ ਘਟਾ ਸਕਦਾ ਹੈ। ਓਕੇ, ਸੋ ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਇਹਦੇ ਵਿੱਚ ਕਿਵੇਂ ਹੈਲਪਫੁਲ ਹੋ ਸਕਦੀ ਹੈ? ਚਾਹੇ ਸਾਡੇ ਐਸੈਟਸ ਲਾਗੂ ਕਰਨ ਦੀ ਗੱਲ ਕੀਤੀ ਜਾਵੇ, ਵੰਡਣ ਦੀ ਗੱਲ ਕੀਤੀ ਜਾਵੇ, ਜਾਂ ਫਿਰ ਅਸੀਂ ਗੱਲ ਕਰੀਏ ਕਿ ਲਾਸਟ ਮੂਮੈਂਟ ਤੇ ਜਿਵੇਂ ਤੁਸੀਂ ਟੈਕਸਸ ਦੀ ਗੱਲ ਕੀਤੀ ਆ, ਉਹ ਲਾਸਟ ਟੈਕਸ ਪੇ ਕਰਨ ਨੂੰ ਲੈ ਕੇ ਇੰਸ਼ੋਰੈਂਸ ਕਿਵੇਂ ਹੈਲਪਫੁਲ ਹੁੰਦੀ ਹੈ? ਦੇਖੋ, ਲਾਈਫ ਇੰਸ਼ੋਰੈਂਸ ਵੀ ਇੱਕ ਬਹੁਤ ਇੰਪੋਰਟੈਂਟ ਆਸਪੈਕਟ ਹੈਗਾ ਜਦੋਂ ਤੁਸੀਂ estate planning ਕਰਦੇ ਹੋ, ਕਿਉਂਕਿ estate planning ਵਿਦਆਊਟ ਲਾਈਫ ਇੰਸ਼ੋਰੈਂਸ ਆਈ ਥਿੰਕ ਬਲਕਿ ਉਹ ਡਗਮਗਾ ਜਾਵੇਗੀ। ਉਹਦਾ ਕਾਰਨ ਕੀ ਹੈਗਾ ਕਿ ਜਦੋਂ ਅਸੀਂ ਆਪਣੀ ਪ੍ਰਾਪਰਟੀ ਜਾਂ ਆਪਣੀ ਸੰਪਤੀ ਦੇ ਇੱਕ ਹਿੱਸੇ ਨੂੰ ਅਸੀਂ ਆਪਣੇ ਬੈਨੀਫੀਸ਼ੀਅਰੀਜ਼ ਨੂੰ ਦੇਣਾ ਚਾਹੁੰਦੇ ਹਾਂ, ਤੇ ਉਹ ਇੰਸ਼ੋਰੈਂਸ ਦੇ ਰਾਹੀਂ ਹੋ ਸਕਦਾ ਹੈ। ਕਿਉਂਕਿ ਜਦੋਂ ਇੰਸ਼ੋਰੈਂਸ ਦੀ ਪਾਲਿਸੀ ਲਈ ਜਾਂਦੀ ਹੈਗੀ ਹੈ, ਉਹਦੇ ਵਿੱਚ ਸਾਨੂੰ ਇੱਕ ਬੈਨੀਫੀਸ਼ੀਅਰੀ ਡੈਜ਼ਿਗਨੇਟ ਕਰਨਾ ਪੈਂਦਾ ਹੈਗਾ। ਹੁਣ ਉਹ ਜਿਹੜਾ ਬੈਨੀਫੀਸ਼ੀਅਰੀ ਹੈਗਾ ਆ, ਉਹ ਸਾਡੀ ਡੈਥ ਤੋਂ ਬਾਅਦ ਉਸ ਪੈਸੇ ਦਾ ਹੱਕਦਾਰ ਹੈਗਾ। ਹੁਣ ਜਦ ਤੱਕ ਉਹ ਪਾਲਿਸੀ ਦੇ ਵਿੱਚ ਪੈਸਾ ਪਿਆ ਹੈਗਾ, ਉਸ ਉੱਤੇ ਕੋਈ ਟੈਕਸ ਨਹੀਂ ਹੈਗਾ, ਕਿਉਂਕਿ ਜਿਹੜੀ ਅਸੀਂ ਜੋ ਵੀ ਇਨਵੈਸਟਮੈਂਟ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੇ ਵਿੱਚ, ਉਹ ਨਾਨ ਟੈਕਸੇਬਲ ਗਰੋ ਹੁੰਦੀ ਹੈਗੀ ਆ। ਅਗਰ ਉਹ ਬੈਨੀਫੀਸ਼ੀਅਰੀ ਨੂੰ ਰਕਮ ਜਾਂਦੀ ਹੈਗੀ ਤਾਂ ਨਾਨ ਟੈਕਸੇਬਲ ਉਸ ਬੈਨੀਫੀਸ਼ੀਅਰੀ ਨੂੰ ਪੈਸੇ ਚਲੇ ਗਏ। ਹੁਣ ਸਭ ਤੋਂ ਪਹਿਲੇ ਇਹ ਚੀਜ਼ ਹੋਈ ਕਿ ਉਹ ਰਕਮ ਜਿਹੜੀ ਹੈਗੀ ਆ ਬੈਨੀਫੀਸ਼ੀਅਰੀ ਨੂੰ ਬਿਨਾਂ ਟੈਕਸ ਤੇ ਜਾ ਰਹੀ ਹੈਗੀ ਆ। ਸੈਕੰਡਲੀ, ਉਹਦਾ ਨਾਮ ਪਾਲਿਸੀ ਦੇ ਉੱਤੇ ਮੈਂਸ਼ਨਡ ਹੈਗਾ, ਇਸ ਕਰਕੇ ਪ੍ਰੋਬੇਟ ਵੀ ਉਹ ਬਾਈਪਾਸ ਕਰਦੀ। ਹੁਣ ਜਦੋਂ ਫਾਈਨਲ ਦੀ ਟੈਕਸ ਦੀ ਗੱਲ ਕਰਦੇ ਆ ਕਿ ਜਦੋਂ ਫਾਈਨਲ ਟੈਕਸ ਪੇ ਕਰਨਾ ਹੁੰਦਾ, ਯਾਨੀ ਕਿ ਜਦੋਂ ਵਿਅਕਤੀ ਦੀ ਡੈਥ ਹੁੰਦੀ ਹੈ, ਉਸ ਵੇਲੇ ਮੰਨਿਆ ਜਾਂਦਾ ਕਿ ਉਹਦੀ ਜਿਹੜੀ ਪ੍ਰਾਪਰਟੀ ਹੈਗੀ ਆ, ਉਹ ਆਪਣੀ ਸਾਰੀ ਪ੍ਰਾਪਰਟੀ ਫੇਅਰ ਵੈਲਿਊ ਮਾਰਕੀਟ ਪ੍ਰਾਈਸ ਉੱਤੇ ਵੇਚ ਕੇ ਗਿਆ ਹੈ। ਹੁਣ ਉਸ ਦੇ ਉੱਤੇ ਜਿੰਨੀ ਉਹਦੀ ਟੈਕਸ ਦੀ ਲਾਇਬਿਲਿਟੀ ਬਣਦੀ ਆ, ਉਹਦੀ ਐਸਟੇਟ ਨੂੰ ਉਹ ਟੈਕਸ ਦੀ ਲਾਇਬਿਲਿਟੀ ਪੇ ਕਰਨੀ ਪਏਗੀ। ਹੁਣ ਟੈਕਸ ਦੀ ਲਾਇਬਿਲਿਟੀ ਪੇ ਕਰਨ ਲਈ ਬੈਨੀਫੀਸ਼ੀਅਰੀ ਆਬਵੀਅਸਲੀ ਉਹਦਾ ਬੈਨੀਫੀਸ਼ੀਅਰੀ ਉਹਦਾ ਲਾਭਪਾਤਰ ਜਿਹੜਾ ਹੈਗਾ ਉਸੇ ਨੂੰ ਪ੍ਰਾਪਰਟੀ ਜਾਣੀ ਹੈਗੀ ਹੈ, ਤੇ ਦੇ ਹੈਵ ਟੂ ਪੇ ਦ ਟੈਕਸਸ ਔਨ ਦੈਟ। ਹੁਣ ਅਗਰ ਤਾਂ ਉਸਨੇ ਕਿਤੇ ਹੋਰ ਇੰਤਜ਼ਾਮ ਕੀਤਾ ਹੈ ਤਾਂ ਟੈਕਸਸ ਉੱਥੋਂ ਇਕੱਠੇ ਹੋ ਜਾਣਗੇ, ਨਹੀਂ ਤਾਂ ਅਦਰਵਾਈਜ਼ ਕੀ ਹੈਗਾ ਕਿ ਹੋ ਸਕਦਾ ਕਿ ਸੰਪਤੀ ਨੂੰ ਵੇਚ ਕੇ ਹੀ ਟੈਕਸਸ ਪੂਰੇ ਕਰਨੇ ਪੈਣ। ਲਾਈਫ ਇੰਸ਼ੋਰੈਂਸ ਉਸ ਚੀਜ਼ ਦਾ ਬਦਲ ਹੈਗਾ, ਕਿਉਂਕਿ ਉਸ ਵਿਅਕਤੀ ਨੇ ਇੰਸ਼ੋਰੈਂਸ ਕਰਵਾਈ ਜਿਹਦੇ ਵਿੱਚ ਉਹ ਥੋੜਾ ਕਰਕੇ ਆਪਣੀ ਰਕਮ ਜਮ੍ਹਾਂ ਕਰਵਾਉਂਦਾ ਗਿਆ, ਤੇ ਜਦੋਂ ਵੀ ਡੈਥ ਹੋਏਗੀ ਤਾਂ ਉਹ ਪੈਸਾ ਜਿਹੜਾ ਹੈਗਾ ਟੈਕਸ ਫਰੀ ਉਹਦੇ ਬੈਨੀਫੀਸ਼ੀਅਰੀ ਨੂੰ ਮਿਲ ਜਾਵੇਗਾ। ਹੁਣ ਉਹ ਬੈਨੀਫੀਸ਼ੀਅਰੀ ਉਸ ਪੈਸੇ ਦੇ ਨਾਲ ਟੈਕਸ ਦੀ ਲਾਇਬਿਲਿਟੀ ਕਵਰ ਕਰਨ, ਉਸ ਪੈਸੇ ਦੇ ਨਾਲ ਪ੍ਰੋਬੇਟ ਦੀ ਫੀ ਪੇ ਕਰਨ, ਐਟ ਲੀਸਟ ਦੈਟ ਮਨੀ ਇਜ਼ ਨਾਟ ਗੋਇੰਗ ਥਰੂ देयर ਓਨ ਪਾਕਟ। ਮੈਂ ਜਿੰਦੇ ਜੀ ਆਪਣੀ ਪਾਲਿਸੀ ਕਰਵਾ ਕੇ ਉਸ ਚੀਜ਼ ਦਾ ਇੰਤਜ਼ਾਮ ਕਰ ਰਿਹਾ ਹੈਗਾ ਜਿਹੜੀ ਮੇਰੇ ਜਾਣ ਤੋਂ ਬਾਅਦ ਮੇਰੇ ਬੱਚਿਆਂ ਨੂੰ ਮੁਸ਼ਕਲ ਆ ਸਕਦੀ ਹੈਗੀ। ਦੇਖੋ ਤਰਨ ਜੀ, ਇੱਕ ਬੜੀ ਆਬਵੀਅਸ ਚੀਜ਼ ਹੈਗੀ ਹੈ ਕਿ ਜੇ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਗੱਲ ਮੰਨਾਂ ਕਿ ਜਿੱਦਾਂ ਪ੍ਰਾਪਰਟੀਜ਼ ਦੇ ਰੇਟ ਵਧੇ ਨੇ, ਉਸ ਹਿਸਾਬ ਦੇ ਨਾਲ ਪ੍ਰੋਬੇਟ ਦੇ ਵਿੱਚ ਉਹਦਾ ਜਿਹੜਾ ਪਰਸੈਂਟੇਜ ਹੈਗੀ ਹੈ, ਜਿਹੜਾ ਖਰਚਾ ਹੈਗਾ, ਉਹ ਵੀ ਵਧ ਗਿਆ। ਨੰਬਰ 1। ਸੈਕੰਡ ਹੈਗਾ ਕਿ ਪ੍ਰਾਪਰਟੀ ਜਿਹੜਾ ਜਾਏਗੀ, ਕੈਪੀਟਲ ਗੇਨ ਟੈਕਸਸ ਵੀ ਲੱਗਣਗੇ, ਕਿਉਂਕਿ ਹੁਣ ਜਿੱਦਾਂ ਦਾ ਦੌਰ ਪਿੱਛੇ ਬੀਤਿਆ ਉਸ ਹਿਸਾਬ ਨਾਲ ਲੋਕਾਂ ਨੇ ਇਨਵੈਸਟਮੈਂਟ ਪ੍ਰਾਪਰਟੀਜ਼ ਵੀ ਲਈਆਂ। ਹੁਣ ਇਨਵੈਸਟਮੈਂਟ ਪ੍ਰਾਪਰਟੀਜ਼ ਦੇ ਵਿੱਚ ਜਦੋਂ ਪ੍ਰਾਇਮਰੀ ਰੈਜ਼ੀਡੈਂਸ ਨਹੀਂ ਹੈਗੀ, ਇਸ ਤੋਂ ਇਲਾਵਾ ਤੁਹਾਡੀ ਕੋਈ ਪ੍ਰਾਪਰਟੀ ਹੈ, ਯੂ ਹੈਵ ਟੂ ਪੇ ਕੈਪੀਟਲ ਗੇਨ ਟੈਕਸਸ ਔਨ ਦੈਟ। ਹੁਣ ਕੈਪੀਟਲ ਗੇਨ ਟੈਕਸਸ ਜਿਹੜੇ ਹੈਗੇ ਨੇ, ਉਹ ਕੌਣ ਪੇ ਕਰੇਗਾ? ਆਬਵੀਅਸਲੀ ਐਸਟੇਟ ਪੇ ਕਰੇਗੀ ਨਾ, ਜਿਹੜਾ ਮੇਰੇ ਤੋਂ ਬਾਅਦ ਬਚ ਜਾਏਗਾ। ਹੁਣ ਅਗਰ ਵਾਈਫ ਹੈਗੀ ਹੈ ਤੇ ਰੋਲ ਓਵਰ ਹੋ ਗਿਆ, ਉਹ ਵੀ ਅਗਰ ਜੁਆਇੰਟ ਟੈਨੈਂਸੀ ਹੈਗੀ ਹੈ, ਨਹੀਂ ਤਾਂ ਫਿਰ ਐਸਟੇਟ ਉਸਦਾ ਟੈਕਸ ਪੇ ਕਰੇਗੀ, ਕੈਪੀਟਲ ਗੇਨ ਟੈਕਸ ਪੇ ਕਰੇਗੀ। ਹੁਣ ਕੈਪੀਟਲ ਗੇਨ ਟੈਕਸ ਪੇ ਕਰਨ ਲਈ ਪੈਸਾ ਕਿੱਥੋਂ ਆਏਗਾ? ਦੋ ਚੀਜ਼ਾਂ ਨੇ, ਜਾਂ ਤਾਂ ਉਹ ਪ੍ਰਾਪਰਟੀ ਸਸਤੇ ਦੇ ਵਿੱਚ ਹੀ ਜਾਊਗੀ ਕਿਉਂਕਿ ਪਤਾ ਹੈਗਾ ਕਿ ਇਹਦੇ ਉੱਤੇ ਲਾਇਬਿਲਿਟੀ ਖੜੀ ਹੈਗੀ, ਜਾਂ ਫਿਰ ਮੈਨੂੰ ਆਪਣੀ ਸੇਵਿੰਗ ਕੱਢਣੀਆਂ ਪੈਣਗੀਆਂ। ਤੇ ਕਿਉਂ ਨਹੀਂ ਬੈਟਰ ਹੈਗਾ ਕਿ ਜਦੋਂ ਮੈਂ ਆਪਣੀ ਇੰਸ਼ੋਰੈਂਸ ਕਰਵਾ ਲੈਂਦਾ, ਐਟਲੀਸਟ ਮੇਰੀ ਬੈਨੀਫੀਸ਼ੀਅਰੀਜ਼ ਨੂੰ ਉਹ ਆਪਣੀਆਂ ਸੇਵਿੰਗਸ ਨਾ ਖਰਾਬ ਕਰਨੀਆਂ ਪੈਣ, ਤਾਂ ਉਹ ਜਿਹੜਾ ਕਲੇਮ ਅਮਾਊਂਟ ਹੈਗਾ ਉਹਦੇ ਵਿੱਚੋਂ ਹੀ ਟੈਕਸ ਦੀ ਲਾਇਬਿਲਿਟੀ ਕਵਰ ਕਰ ਲੈਣ। ਜੀ ਸੋ ਜਦੋਂ estate planning ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਨੂੰ ਬਹੁਤ ਹੀ ਇੰਪੋਰਟੈਂਟ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਟੂਲ ਦੇ ਤੌਰ ਤੇ ਵਰਤਿਆ ਜਾ ਸਕਦਾ, ਤਾਂ ਕਿ ਜਿਹੜੀਆਂ ਟੈਕਸ ਦੀਆਂ ਲਾਇਬਿਲਿਟੀਜ਼ ਬਣਨੀਆਂ ਨੇ, ਅਗਰ ਪ੍ਰੋਬੇਟ ਹੈ ਤਾਂ ਪ੍ਰੋਬੇਟ ਦੀ ਫੀ ਤੁਹਾਨੂੰ ਪੇ ਕਰਨੀ ਪਵੇਗੀ। ਪਲੱਸ ਇਹ ਹੈਗਾ ਕਿ ਯੂ ਵਾਂਟ ਟੂ ਲੀਵ ਸਮਥਿੰਗ ਫॉर योर ਫੈਮਿਲੀ, ਫॉर ਕੋਈ ਲੈਗੇਸੀ ਕਹਿ ਲਓ, ਜਾਂ ਤੁਸੀਂ ਚੈਰਿਟੀ ਨੂੰ ਕੋਈ ਛੱਡ ਕੇ ਜਾਣਾ, ਤਾਂ ਯੂ ਨੀਡ ਦੈਟ ਮਨੀ। ਹੁਣ ਉਹ ਪੈਸਾ ਕਿੱਥੋਂ ਆਏਗਾ? ਡੈਫੀਨਿਟਲੀ ਲਾਈਫ ਇੰਸ਼ੋਰੈਂਸ ਇੱਕ ਬੈਟਰ ਆਪਸ਼ਨ ਹੈ ਜੀ। ਔਰ ਇੱਕ ਹੋਰ ਚੀਜ਼ ਇਹਦੇ ਵਿੱਚ ਲਾਈਫ ਇੰਸ਼ੋਰੈਂਸ ਵਿੱਚ ਹੈਗਾ ਕਿ you never know when you're going to die। ਸਭ ਤੋਂ ਵੱਡੀ ਚੀਜ਼ ਇਹ ਹੈਗੀ, ਜੇ ਤਾਂ ਮੈਨੂੰ ਪਤਾ ਕਿ ਮੈਂ ਇਸ ਉਮਰ ਤੇ ਚਲੇ ਜਾਣਾ, ਤਾਂ ਸ਼ਾਇਦ ਮੈਂ ਸੇਵਿੰਗ ਵੀ ਨਾ ਕਰਾਂ, ਕੁਝ ਇਨਵੈਸਟਮੈਂਟ ਨਾ ਕਰਾਂ। ਜਦੋਂ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿੰਨੀ ਦੇਰ ਤੱਕ ਰਹਿਣਾ ਹੈਗਾ, ਹੁਣ ਉਸ ਦੇਰ ਤੱਕ ਦੀਆਂ ਜਿਹੜੀਆਂ ਲਾਇਬਿਲਿਟੀਜ਼ ਹੈਗੀਆਂ ਨੇ, ਮੇਰੀਆਂ ਲਾਇਬਿਲਿਟੀਜ਼ ਹਰ ਸਾਲ ਵੱਧਦੀਆਂ ਪਈਆਂ ਨੇ, ਇਹ ਨਹੀਂ ਹੈਗਾ ਕਿ ਘਟਦੀਆਂ ਨੇ, ਲਾਇਬਿਲਿਟੀਜ਼ ਵੱਧਦੀਆਂ ਹੁੰਦੀਆਂ ਨੇ। ਤੇ ਹੁਣ ਲਾਇਬਿਲਿਟੀਜ਼ ਵੱਧਦੀਆਂ ਨੇ, ਲੇਕਿਨ ਲਾਈਫ ਇੰਸ਼ੋਰੈਂਸ ਦੇ ਇਲਾਵਾ ਹੋਰ ਕੋਈ ਚੀਜ਼ ਨਹੀਂ ਹੈ ਜਿੱਥੇ ਮੈਂ ਆਪਣੇ ਬੈਨੀਫੀਸ਼ੀਅਰੀਜ਼ ਨੂੰ ਟੈਕਸ ਫਰੀ ਉਸ ਮਨੀ ਨੂੰ ਦੇ ਪਾਵਾਂ। ਜੇ ਮੈਂ ਉਸ ਪੈਸੇ ਨਾਲ ਪ੍ਰਾਪਰਟੀ ਖਰੀਦਦਾ ਤਾਂ ਫਿਰ ਇੱਕ ਉਹਨਾਂ ਲਈ ਇਨਵੈਸਟਮੈਂਟ ਪ੍ਰਾਪਰਟੀ ਨਵੀਂ ਹੋ ਗਈ। ਜੇ ਮੈਂ ਕਿਤੇ ਉਹਨੂੰ ਹੋਰ ਕਿਤੇ ਇਨਵੈਸਟ ਕਰਦਾ, ਸਟਾਕ ਮਾਰਕੀਟ ਹੈ ਕਿਤੇ ਹੋਰ ਇਨਵੈਸਟ ਕਰਦਾ, ਫਿਰ ਉਹਨਾਂ ਲਈ ਫਿਰ ਲਾਇਬਿਲਿਟੀ ਖੜੀ ਹੋ ਗਈ, ਕਿਉਂਕਿ ਦੇ ਹੈਵ ਟੂ ਪੇ ਕੈਪੀਟਲ ਗੇਨ ਟੈਕਸਸ। ਲੇਕਿਨ ਲਾਈਫ ਇੰਸ਼ੋਰੈਂਸ ਦੇ ਵਿੱਚ ਕੀ ਹੈਗਾ ਕਿ ਟੈਕਸ ਸ਼ੈਲਟਰਡ ਗਰੋਥ ਹੁੰਦੀ ਹੈ ਪੈਸੇ ਦੀ,
ਪਲੱਸ ਇਹ ਹੈਗਾ ਕਿ ਜਦੋਂ ਬੈਨੀਫਿਸ਼ਰੀ ਮਿਲੇਗਾ ਟੈਕਸ ਨਹੀਂ ਲੱਗੇਗਾ ਤਾਂ ਦੈਟ ਕੈਨ ਬੀ ਐਨ ਐਡਵਾਂਟੇਜ ਇਨ ਦੈਟ। ਜਦੋਂ ਆਪਾਂ ਇੰਸ਼ੋਰੈਂਸ ਕਰਵਾਉਂਦੇ ਨਾਲ ਆਪਣਾ ਇੱਕ ਬੈਨੀਫਿਸ਼ਰੀ ਵੀ ਹੁੰਦਾ ਹੈ, ਪਰ ਜਦੋਂ ਆਪਾਂ ਬਿੱਲ ਬਣਾਉਂਦੇ ਆ, ਬਿੱਲ ਬਣਾਉਣ ਤੋਂ ਬਾਅਦ ਕੀ ਉਹ ਇੰਸ਼ੋਰੈਂਸ ਵਾਲਾ ਬੈਨੀਫਿਸ਼ਰੀ ਚੇਂਜ ਹੋ ਜਾਂਦਾ ਆ? ਇਟ ਡਿਪੈਂਡਸ ਕਿ ਕਿੱਦਾਂ ਹੁੰਦਾ ਹੈ, ਕਿਉਂਕਿ ਬੈਨੀਫਿਸ਼ਰੀ ਦੇ ਵਿੱਚ ਵੀ ਡੈਜ਼ਿਗਨੇਸ਼ਨਸ ਆਉਂਦੀਆਂ ਨੇ ਕਿ ਤੁਸੀਂ ਬੈਨੀਫਿਸ਼ਰੀ ਕਿਹੋ ਜਿਹਾ ਬਣਾ ਰਹੇ ਹੋ। ਇਹ ਰਿਵੋਕੇਬਲ ਹੈਗਾ ਕਿ ਇਰਰਿਵੋਕੇਬਲ ਹੈ। ਓਕੇ, ਜਿਹੜਾ ਰਿਵੋਕੇਬਲ ਬੈਨੀਫਿਸ਼ਰੀ ਹੈਗਾ ਉਹ ਮੈਂ ਉਹਨੂੰ ਜਦੋਂ ਮਰਜ਼ੀ ਚਾਹੇ ਬਦਲ ਸਕਦਾ ਹਾਂ। ਜਿਹੜਾ ਇਰਰਿਵੋਕੇਬਲ ਬੈਨੀਫਿਸ਼ਰੀ ਹੈਗਾ ਉਹ ਮੈਂ ਉਹਦੀ ਜਦੋਂ ਮੈਂ ਕਿਸੇ ਨੂੰ ਇਰਰਿਵੋਕੇਬਲ ਬੈਨੀਫਿਸ਼ਰੀ ਬਣਾ ਲਿਆ ਫਿਰ ਮੈਂ ਉਹਦੀ ਮਰਜ਼ੀ ਦੇ ਬਿਨਾਂ ਉਹਨੂੰ ਨਹੀਂ ਬਦਲ ਸਕਦਾ। ਹੁਣ ਪਾਲਿਸੀ ਦਾ ਹੱਕਦਾਰ ਉਹਦਾ ਮਤਲਬ ਯਾਨੀ ਕਿ ਪਾਲਿਸੀ ਦੇ ਹੱਕ ਉਹਦੇ ਕੋਲ ਵੀ ਆ ਗਏ। ਹੁਣ ਜੇਕਰ ਮੈਂ ਵਿਲ ਦੀ ਗੱਲ ਕਰਾਂ ਤਾਂ ਵਿਲ ਲਾਸਟ ਵਿਲ ਜਿਹੜੀ ਹੈਗੀ ਆ ਉਹ ਓਵਰ ਰੂਲ ਕਰ ਸਕਦੀ ਹੈ ਬੈਨੀਫਿਸ਼ਰੀ ਨੂੰ। ਜਦੋਂ ਇਹੀ ਗੱਲ ਹੈ ਕਿ ਜਦੋਂ ਤੁਸੀਂ ਬੈਨੀਫਿਸ਼ਰੀ ਵੀ ਬਣਾਇਆ ਔਰ ਵਿਲ ਵੀ ਬਣਾ ਰਹੇ ਹੋ ਤਾਂ ਤੁਹਾਨੂੰ ਬੈਨੀਫਿਸ਼ਰੀ ਔਰ ਵਿਲ ਬਣਾਉਣ ਵੇਲੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਮੈਂ ਕਿਹੜੀ ਜਗ੍ਹਾ ਤੇ ਕਿਹਨੂੰ ਬੈਨੀਫਿਸ਼ਰੀ ਬਣਾਇਆ ਤੇ ਵਿਲ ਦੇ ਵਿੱਚ ਕਿਤੇ ਮੈਂ ਉਸ ਆਪੋਜ਼ਿਟ ਤਾਂ ਨਹੀਂ ਕਰ ਦਿੱਤਾ, ਬਿਕੋਜ਼ ਇਟ ਕੈਨ ਲੀਡ ਟੂ ਕਨਫਿਊਜ਼ਨ ਆਲਸੋ। ਔਰ ਜਿੱਥੇ ਤੱਕ ਇੰਸ਼ੋਰੈਂਸ ਕੰਪਨੀਆਂ ਦੀ ਗੱਲ ਹੈਗੀ ਹੈ, ਮੰਨ ਲਓ ਮੈਂ ਵਿਲ ਬਣਾਈ ਲੇਕਿਨ ਮੈਂ ਵਿਲ ਨੂੰ ਅਪਡੇਟ ਨਹੀਂ ਕੀਤਾ ਕਿਸੇ ਚੀਜ਼ ਦੇ ਨਾਲ, ਜਾਂ ਮੈਂ ਬੈਨੀਫਿਸ਼ਰੀ ਬਣਾਇਆ ਤੇ ਉਹ ਹੈ ਕਿ ਬੈਨੀਫਿਸ਼ਰੀ ਤੋਂ ਬਾਅਦ ਮੈਂ ਵਿਲ ਚੇਂਜ ਕਰ ਲਈ ਜੀ, ਤੇ ਲੇਕਿਨ ਹੋਇਆ ਉਹਦੇ ਨਾਲ ਨੁਕਸਾਨ ਕੀ ਹੋਣਾ ਹੈਗਾ ਕਿ ਕੋਰਟ ਵਿੱਚ ਵੀ ਤੇ ਮੇਰੇ ਬੈਨੀਫਿਸ਼ਰੀ ਕਨਫਿਊਜ਼ਨ ਹੈਗੀ ਕਿ ਹੂ ਇਜ਼ ਦ ਲੈਜਿਟੀਮੇਟ ਬੈਨੀਫਿਸ਼ਰੀ। ਬਿਲਕੁਲ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਿਓ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਨਕੂਵਰ ਤੋਂ ਬੋਲ ਰਹੀ ਸੀ। ਹਾਂਜੀ, ਮੇਰਾ ਸਵਾਲ ਇਹ ਹੈ ਕਿ ਵੀ ਜੇ ਸਪੋਜ਼ ਅਸੀਂ ਜਿਵੇਂ ਸਾਡੇ ਕੋਲੇ ਕੁਝ ਪੈਸੇ ਹੋਣ, ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ, ਉਹ ਅਸੀਂ ਪਹਿਲਾਂ ਲਾਈਫ ਇੰਸ਼ੋਰੈਂਸ ਦੀ ਜਿਹੜੀ ਪਾਲਿਸੀ ਅਸੀਂ ਉਹਦੇ ਵਿੱਚ ਰੱਖ ਦਈਏ ਪੈਸੇ ਸਾਰੇ, ਸਪੋਜ਼ ਅਸੀਂ $1,00,000 ਉਹਦੇ ਵਿੱਚ ਪਾ ਦਈਏ ਤਾਂ ਕਿ ਸਾਨੂੰ ਬਾਅਦ ਵਿੱਚ ਉਹ ਪੈਸੇ ਜਦੋਂ ਅਸੀਂ ਨੇ ਕਿਤੇ ਹੋਰ ਇਨਵੈਸਟ ਕਰਨੇ ਹੋਣ ਤਾਂ ਸਾਨੂੰ ਟੈਕਸ ਫ੍ਰੀ ਮਿਲ ਜਾਣਗੇ, ਕਿ ਜਾਂ ਸਾਨੂੰ ਹੋਰ ਉਹਦੇ ਨਾਲ ਜੇ ਸਪੋਜ਼ ਅਸੀਂ $1,00,000 ਇੰਸ਼ੋਰੈਂਸ ਪਾਲਿਸੀ 'ਚ ਪਾਣੇ ਆ ਤਾਂ ਸਾਨੂੰ ਹੋਰ ਜਿਹੜੇ ਪੈਸੇ ਅਸੀਂ ਨੇ ਵੀ ਇਨਵੈਸਟ ਕੀਤੇ ਨੇ ਉਹ ਵੀ ਮਿਲ ਜਾਣਗੇ ਕਿ ਆਪਣੀ ਜਿਹੜੀ ਪਾਲਿਸੀ ਦੇ ਵਿੱਚੋਂ ਲੈ ਸਕਦੇ ਹਾਂ ਪੈਸੇ? ਜੀ ਇੱਕ ਮਿੰਟ ਹੋਲਡ, ਕੁਝ ਨਹੀਂ ਆ ਸਕਦਾ ਇਨ ਦਾ ਸੈਂਸ ਕਿ ਅਸੀਂ ਲੋਨ ਲੈ ਸਕਦੇ ਹਾਂ ਤੋਂ ਜੀ ਅੱਗੇ ਟੈਕਸ ਫ੍ਰੀ ਲੋਨ। ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਥੈਂਕ ਯੂ ਜੀ ਸਰ। ਤਰੁਣ ਜੀ, ਜਿਹੜਾ ਇਹਨਾਂ ਦਾ ਸਵਾਲ ਹੈਗਾ ਕਿ ਜਿਹਦਾ $1,00,000 ਇਕੱਠਾ ਜਮ੍ਹਾਂ ਕਰਵਾਉਣਾ, ਇੱਥੇ ਰੂਲਸ ਜਿਹੜੇ ਟੈਕਸੇਸ਼ਨ ਦੇ ਰੂਲਸ ਹੈਗੇ ਉਹ ਜ਼ਿਆਦਾ ਫੇਵਰੇਬਲ ਨਹੀਂ ਹੈਗੇ ਜੇ ਅਸੀਂ ਇਕੱਠੇ ਪੈਸੇ ਜਮ੍ਹਾਂ ਕਰਵਾਉਂਦੇ ਹਾਂ। ਜਦੋਂ ਮੈਂ ਇਹ ਜ਼ਿਕਰ ਕੀਤਾ ਸੀ ਉਹਦੇ 'ਚ ਹੈਗਾ ਕਿ ਅਸੀਂ ਹੌਲੀ ਕਰਕੇ ਉਸ ਚੀਜ਼ ਨੂੰ ਜਮ੍ਹਾਂ ਕਰਵਾਉਂਦੇ ਹਾਂ। ਲੇਕਿਨ ਜਿਹੜਾ ਦੂਸਰਾ ਸਵਾਲ ਹੈਗਾ ਕਿ ਕੀ ਇਹ ਪੈਸੇ ਵਾਪਸ ਲੈ ਸਕਦੇ ਆ, ਦੇਖੋ ਇੱਕ ਗੱਲ ਹੈ, ਜਦੋਂ ਅਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਜੇ ਅਸੀਂ ਜਿਸ ਇੰਸਟਰੂਮੈਂਟ ਦੇ ਵਿੱਚ ਰਕਮ ਟੈਕਸ ਫ੍ਰੀ ਗਰੋ ਹੁੰਦੀ ਹੈਗੀ ਆ, ਉਸ ਦੇ ਵਿੱਚ ਜਦੋਂ ਵੀ ਅਸੀਂ ਪੈਸੇ ਕਢਾਵਾਂਗੇ, ਜਿਵੇਂ ਹੁਣ RRSP ਹੈਗੀ ਹੈ, RRSP 'ਚ ਟੈਕਸ ਫ੍ਰੀ ਗਰੋ ਹੋ ਰਹੀ ਹੈ, ਬਟ ਜਦੋਂ ਅਸੀਂ ਉੱਥੇ ਟੈਕਸ ਦਾ ਬੈਨੀਫਿਟ ਵੀ ਲੈ ਰਹੇ, ਲੇਕਿਨ ਜਦੋਂ ਅਸੀਂ ਵਾਪਸ ਲਵਾਂਗੇ ਵੀ ਹੈਵ ਟੂ ਪੇ ਟੈਕਸ ਹੁੰਦਾ। ਹੁਣ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਇਦਾਂ ਹੈਗਾ ਕਿ ਜੋ ਰਕਮ ਜਮ੍ਹਾਂ ਹੋ ਰਹੀ ਹੈਗੀ ਆ ਅਸੀਂ ਲੋਨ ਦੇ ਰੂਪ 'ਚ ਲੈ ਸਕਦੇ ਹੈਗੇ ਆ, ਲੇਕਿਨ ਜੇ ਅਸੀਂ ਉਹਨੂੰ ਕਹੀਏ ਕਿ ਅਸੀਂ ਉਹਨੂੰ ਬੰਦ ਕਰਵਾ ਕੇ, ਇਹਨਾਂ ਨੇ ਮੇਰੇ ਖਿਆਲ 'ਚ ਲੋਨ ਦੇ ਬਾਰੇ ਪੁੱਛਿਆ ਸੀ ਕਿ ਲੋਨ ਦੇ ਰੂਪ 'ਚ ਵਾਪਸ ਲੈ ਸਕਦੇ ਹਾਂ ਕਿ ਜੇ ਅਸੀਂ ਵੈਸੇ ਲੈਣੇ ਹੈਗੇ ਆ ਉਸ ਵਿੱਚ ਰਕਮ ਕਢਵਾਉਂਦੇ ਹੈਗੇ ਫਿਰ ਟੈਕਸ ਦੀ ਲਾਇਬਿਲਿਟੀ ਹੋ ਸਕਦੀ ਹੈਗੀ ਆ, ਲੇਕਿਨ ਜੇ ਅਸੀਂ ਲੋਨ ਦੇ ਰੂਪ 'ਚ ਲੈਣੇ ਹੈਗੇ ਆ ਤਾਂ ਫਿਰ ਟੈਕਸ ਦੀ ਲਾਇਬਿਲਿਟੀ ਨਹੀਂ ਹੈਗੀ। ਲੇਕਿਨ ਉਹਦੇ ਵਿੱਚ ਵੀ ਅੱਗੇ ਚੀਜ਼ ਹੈਗੀ ਕਿ ਹੁਣ ਲੋਨ ਅਸੀਂ ਇੰਸ਼ੋਰੈਂਸ ਕੰਪਨੀ ਤੋਂ ਲੈਣੇ ਕਿ ਲੋਨ ਅਸੀਂ ਬੈਂਕ ਤੋਂ ਐਜ਼ ਅ ਕੋਲੈਟਰਲ ਲੈਣੇ ਹੈਗੇ ਆ, ਉਹ ਇੱਕ ਫਰਦਰ ਡਿਸਕਸ਼ਨ ਦਾ ਮੁੱਦਾ ਹੈਗਾ ਕਿ ਉਹਦੇ ਵਿੱਚ ਟੈਕਸੇਸ਼ਨ ਜਾਂ ਇੰਟਰਸਟ ਦੇ ਉੱਤੇ ਟੈਕਸ ਕਿਵੇਂ ਪਵੇਗਾ। ਲੇਕਿਨ ਬੇਸਿਕਲੀ ਹੈਗਾ ਕਿ ਜੋ ਇਹਨਾਂ ਦਾ ਕੁਐਸਚਨ ਸੀ ਕਿ ਯੈਸ ਅਗਰ ਉਹ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਵਿੱਚ, ਲੇਕਿਨ ਹੁਣ ਲੰਪ ਸਮ ਇਕੱਠਾ ਜਮ੍ਹਾਂ ਕਰਵਾਉਂਦੇ ਨੇ, ਦੈਟ ਇਜ਼ ਅ ਡਿਫਰੈਂਟ ਟੈਕਸ ਇਸ਼ੂ। ਉਹਦੇ ਵਿੱਚ ਮੈਂ ਇਨਕਰੇਜ ਨਹੀਂ ਕਰਦਾ। ਉਹਦੇ 'ਚ ਇਹੀ ਹੈਗਾ ਕਿ ਅਗਰ ਉਹ ਜਿੱਦਾਂ ਵੀ ਮਹੀਨੇ ਦੇ ਮਹੀਨੇ ਜਾਂ ਸਾਲ ਦੇ ਸਾਲ ਜੋ ਕਿਸ਼ਤ ਬਣਦੀ ਹੈ ਉਸ ਹਿਸਾਬ ਨਾਲ ਰਕਮ ਜਮ੍ਹਾਂ ਕਰਾਉਂਦੇ ਨੇ, ਡੈਫੀਨਿਟਲੀ ਜਦੋਂ ਉਹਨਾਂ ਦੀ ਕੈਸ਼ ਵੈਲਿਊ ਬਣ ਜਾਂਦੀ ਹੈ ਦੇ ਕੈਨ ਟੇਕ ਆਊਟ ਦ ਮਨੀ ਫਰਮ ਦੈਟ ਕੈਸ਼ ਵੈਲਿਊ ਇਨ ਦ ਸ਼ੇਪ ਆਫ ਲੋਨ। ਜੀ ਬਿਲਕੁਲ। ਤੇ ਆਪਾਂ ਆਪਣੀ ਗੱਲ ਕਰੀਏ, ਵਾਪਸ ਆਈਏ, ਜਿਵੇਂ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ, ਜਿਵੇਂ ਤੁਸੀਂ ਅਕਸਰ ਇਹਦੇ ਵਿੱਚ ਕਹਿੰਦੇ ਹੁੰਦੇ ਕਿ ਯੂ ਨੈਵਰ ਨੋ ਕਿ ਕਦੋਂ ਆਖਰੀ ਸਮਾਂ ਹੋਣਾ ਆ, ਜਿਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਇੰਸ਼ੋਰੈਂਸ ਨੂੰ ਲੈ ਕੇ ਤਾਂ ਸਟੇਟ ਪਲੈਨਿੰਗ ਨੂੰ ਲੈ ਕੇ ਕਿਵੇਂ ਹੈਲਪ ਕਰਦੀ ਆ? ਦੇਖੋ, ਜਿੱਦਾਂ ਹੁਣ ਮੈਂ ਜ਼ਿਕਰ ਕਰ ਰਿਹਾ ਸੀਗਾ, ਪਹਿਲੀ ਗੱਲ ਤਾਂ ਹੈਗੀ ਕਿ ਸਟੇਟ ਪਲੈਨਿੰਗ ਬਾਰੇ ਜਾਗ ਕਦੋਂ ਆਉਂਦੀ ਹੈਗੀ ਹੈ, ਜਦੋਂ ਸਾਨੂੰ ਲਗਭਗ ਅਸੀਂ ਸੰਪਤੀਆਂ ਬਣਾ ਚੁੱਕੇ ਹੋਣ ਤਾਂ ਹੁਣ ਸਾਨੂੰ ਲੱਗਦਾ ਕਿ ਉਹ ਡਿਸਟ੍ਰੀਬਿਊਸ਼ਨ ਕਰਨ ਦਾ ਟਾਈਮ ਹੈਗਾ। ਵੈਸੇ ਤਾਂ ਬੇਸਿਕਲੀ ਚਾਹੀਦਾ ਹੈਗਾ ਕਿ ਜਦੋਂ ਮੈਂ ਲਾਈਫ ਨੂੰ ਸਟਾਰਟ ਕਰਦਾ ਹੈਗਾ ਆਈ ਸ਼ੁੱਡ ਮੈਂ ਆਪਣੇ ਉਹਦੇ ਬਾਰੇ ਜਾਣਕਾਰੀ ਲੈ ਕੇ ਜਾਂ ਕਿਸੇ ਨਾਲ ਸਲਾਹ ਲੈ ਕੇ ਆਪਣੇ ਆਪ ਨੂੰ ਤਿਆਰ ਹੀ ਇਸ ਤਰੀਕੇ ਨਾਲ ਕਰਾਂਗੇ ਕਿਸ ਤਰੀਕੇ ਨਾਲ ਮੇਰੇ ਕੋਲ ਸੰਪਤੀਆਂ ਹੋਣੀ ਚਾਹੀਦੀ ਹੈ, ਇਹਨਾਂ ਨੂੰ ਮੈਂ ਕਿਸ ਤਰੀਕੇ ਨਾਲ ਇਹਨਾਂ ਦੀ ਓਨਰਸ਼ਿਪ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਦੇਖੋ ਯੂ ਨੈਵਰ ਨੋ ਕਿ ਵੈਨ ਯੂ ਆਰ ਗੋਇੰਗ ਟੂ ਡਾਈ, ਹੈ ਨਾ। ਜ਼ਰੂਰੀ ਨਹੀਂ ਕਿ 80 ਜਾਂ 90 ਤੇ ਹੀ ਜਾਵਾਂਗੇ, 40 ਜਾਂ 45 ਤੇ 30 35 ਤੇ ਵੀ ਜਾ ਸਕਦੇ, 30 35 ਤੇ ਵੀ ਸਾਡੇ ਕੋਲ ਪ੍ਰੋਪਰਟੀਜ਼ ਹੋ ਸਕਦੀਆਂ ਨੇ। ਲੇਕਿਨ ਜਿਹੜਾ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਕੋਈ ਪ੍ਰੋਪਰਟੀ ਜਾਂ ਜਿਹਦੇ ਆਪਾਂ ਪ੍ਰੋਬੇਟ ਦਾ ਹੁਣ ਡਿਸਕਸ਼ਨ ਕਰਕੇ ਹਟੇ ਵੀ ਜਦੋਂ ਇੱਕ ਪ੍ਰੋਪਰਟੀ ਦੂਜੀ ਉਹਨੂੰ ਜਾਂਦੀ ਜਨਰੇਸ਼ਨ ਨੂੰ ਜਾਂਦੀ ਹੈ ਤੇ ਉਹਦੇ ਤੇ ਟੈਕਸਿਸ ਦੀ ਲਾਇਬਿਲਿਟੀ ਹੈਗੀ ਆ। ਹੁਣ ਟੈਕਸ ਦੀ ਲਾਇਬਿਲਿਟੀ ਕੌਣ ਪੂਰੀ ਕਰੇਗਾ?
ਜਿਹਦੇ ਕੋਲ ਸੰਪत्ति ਜਾ ਰਹੀ ਹੈਗੀ ਕਿ ਜਿਹਦੀ ਸੰਪत्ति ਸੀਗੀ। ਜੀ ਹੁਣ ਦੇਖਣ ਨੂੰ ਤਾਂ ਇਹ ਚੀਜ਼ ਹੈ ਕਿ ਮੈਂ ਕਹਿੰਦਾ ਮੈਨੂੰ ਤਾਂ ਚੀਜ਼ ਮਿਲ ਰਹੀ ਹੈਗੀ ਹੈ ਤੇ ਮੇਰੀ ਡਿਊਟੀ ਬਣਦੀ ਹੈਗੀ ਹੈ। ਵੈਸੇ ਤਾਂ ਮੇਰੀ ਇੱਕ ਸੈਸ਼ਨ ਇਹ ਵੀ ਹੁੰਦੀ ਸਾਰਿਆਂ ਨੂੰ ਕਿ ਐਟਲੀਸਟ ਯੂ ਸ਼ੁੱਡ ਹੈਵ ਇੰਸ਼ੋਰੈਂਸ ਔਨ ਯਰ ਪੇਰੈਂਟਸ। ਅਗਰ ਪੇਰੈਂਟਸ ਇੱਥੇ ਹੈਗੇ ਨੇ ਉਹਨਾਂ ਤੇ ਇੰਸ਼ੋਰੈਂਸ ਕਰਵਾਓ, ਕਿਉਂਕਿ ਕਾਰਨ ਹੈਗਾ ਕਿ ਕੱਲ ਨੂੰ ਤੁਸੀਂ ਪ੍ਰਾਪਰਟੀ ਅਗਰ ਉਹ ਲੈਣੀ ਹੈਗੀ ਹੈ ਤਾਂ ਯੂ ਹੈਵ ਟੂ ਪੇ ਟੈਕਸਸ ਔਨ ਦੈਟ। ਤੇ ਹੁਣ ਅਗਰ ਉਹ ਮੰਨ ਲਓ ਪੈਨਸ਼ਨ ਦੇ ਉੱਤੇ ਪੇਰੈਂਟਸ ਹੈਗੇ ਨੇ, ਐਟਲੀਸਟ ਜਿਹੜੇ ਬੱਚੇ ਹੈਗੇ ਆ ਦੇ ਸ਼ੁੱਡ ਅਫੋਰਡ ਦੈਟ ਇੰਸ਼ੋਰੈਂਸ, ਵੀ ਉਹਨਾਂ ਨੂੰ ਪੇਰੈਂਟਸ ਨੂੰ ਸਪੋਰਟ ਕਰਨ ਉਸ ਇੰਸ਼ੋਰੈਂਸ ਲੈਣ ਲਈ, ਤਾਂ ਕਿ ਕੱਲ ਨੂੰ ਜਦੋਂ ਵੀ ਡੈਥ ਹੁੰਦੀ ਹੈਗੀ ਹੈ ਤਾਂ ਉਹਨਾਂ ਦੀ ਜਿਹੜੀ ਟੈਕਸ ਦੀ ਲਾਇਬਿਲਿਟੀ ਹੈਗੀ ਆ ਵਿਚ ਇਵੈਂਚੁਅਲੀ ਬੱਚਿਆਂ ਨੂੰ ਪੇ ਕਰਨੀ ਪਵੇਗੀ, ਐਟਲੀਸਟ ਉਸ ਇੰਸ਼ੋਰੈਂਸ ਦੇ ਵਿੱਚੋਂ ਕਵਰ ਅਪ ਹੋ ਜਾਵੇ। ਦੇਖੋ ਤਰਨਜੀਤ, ਸਟੇਟ ਪਲੈਨਿੰਗ ਦਾ ਮਕਸਦ ਕੀ ਹੈਗਾ? ਮਕਸਦ ਇਹ ਹੈਗਾ ਕਿ ਤੁਸੀਂ ਜਿਹੜੀ ਜੋ ਕੁਝ ਪ੍ਰਾਪਰਟੀ ਬਣਾਈ ਹੈਗੀ ਆ ਉਹ ਤੁਹਾਡੇ ਬੈਨੀਫੀਸ਼ੀਅਰਸ ਨੂੰ ਉਸ ਤਰੀਕੇ ਨਾਲ ਜਾਵੇ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ, ਟੈਕਸ ਐਫੀਸ਼ੀਐਂਟਲੀ ਜਾਵੇ, ਟੈਕਸ ਜ਼ਿਆਦਾ ਪੇ ਨਾ ਕਰਨਾ ਪਵੇ, ਪਲੱਸ ਉਹਨਾਂ ਨੂੰ ਅਗਰ ਮੈਂ 100 ਛੱਡ ਕੇ ਜਾ ਰਿਹਾ ਤਾਂ 100 ਦਾ 100 ਹੀ ਮਿਲੇ। ਠੀਕ ਹੈ, ਹੁਣ ਅਗਰ 100 ਦੇ ਵਿੱਚੋਂ 50 ਉਹਨਾਂ ਨੂੰ ਮਿਲਦਾ ਹੈਗਾ, ਦੈਟ ਇਜ਼ ਨਾਟ ਅ ਸਟੇਟ ਪਲੈਨਿੰਗ, ਕਿਉਂਕਿ ਜੇ ਕੈਪੀਟਲ ਗੇਨ ਟੈਕਸਸ ਹੀ ਸਾਰੇ ਨਿਕਲ ਗਏ, ਮੇਰੀ ਪ੍ਰਾਪਰਟੀ ਜਿਹੜੀ ਹੈਗੀ ਮੈਂ ਅੱਜ ਤੱਕ ਬਣਾਈ ਉਹ ਸਾਰੀ ਪ੍ਰਾਪਰਟੀ ਜਿਹੜੀ ਕਿ ਕੈਪੀਟਲ ਗੇਨ ਟੈਕਸ ਦੇ ਵਿੱਚ ਆਉਂਦੀ ਸੀ, ਜਦੋਂ ਮੇਰੇ ਜਾਣ ਤੋਂ ਬਾਅਦ ਮੇਰੇ ਬੱਚਿਆਂ ਨੂੰ ਮਿਲੀ ਤੇ ਦੇ ਆਰ ਪੇਇੰਗ ਟੈਕਸਸ ਔਨ ਦੈਟ, ਤੇ ਇਟ ਮੀਨਸ ਕਿ ਮੈਂ ਉਹਦੇ ਉੱਤੇ ਜਿੰਨੀ ਕਮਾਈ ਕੀਤੀ ਹੈ ਉਹ ਤਾਂ ਟੈਕਸਸ ਵਿੱਚ ਚਲੀ ਗਈ ਆ। ਲੇਕਿਨ ਅਗਰ ਮੈਂ ਉਹਨੂੰ ਕੰਪਨਸੇਟ ਕਰਨਾ ਤਾਂ ਐਟਲੀਸਟ ਆਈ ਸ਼ੁੱਡ ਹੈਵ ਪੈਰਲਲ ਲਾਈਫ ਇੰਸ਼ੋਰੈਂਸ ਲੈ ਲਈਏ, ਤਾਂ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਇਹ ਕੀ ਹੈਗਾ ਕਿ ਉਹ ਜਿਹੜਾ ਇੱਕ ਤਾਂ ਲਾਈਫ ਇੰਸ਼ੋਰੈਂਸ ਦੇ ਵਿੱਚ ਕਾਰਪਸ ਵੱਧਦਾ ਪਿਆ, ਉਹਦਾ ਜਿਹੜਾ ਕੈਸ਼ ਵੈਲਿਊ ਵੱਧਦੀ ਪਈ ਹੈ ਵਿਚ ਆਈ ਕੈਨ ਯੂਜ਼ ਐਨੀ ਟਾਈਮ, ਜਾਂ ਫਿਰ ਇਹ ਚੀਜ਼ ਵੀ ਐਟਲੀਸਟ ਮੇਰੇ ਜਾਣ ਤੋਂ ਬਾਅਦ ਉਸ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਵਿੱਚ, ਜਿਵੇਂ ਕਿ ਅਸੀਂ ਪਰਮਾਨੈਂਟ ਪਾਲਿਸੀ ਦੀ ਗੱਲ ਕਰਦੇ ਹਾਂ, ਪਰਮਾਨੈਂਟ ਪਾਲਿਸੀ ਦੇ ਵਿੱਚ ਕੈਸ਼ ਵੈਲਿਊ ਬਣ ਰਹੀ ਹੈ ਉਹ ਮੇਰੇ ਕੰਮ ਆ ਸਕਦੀ ਹੈਗੀ ਹੈ। ਜੇ ਕੈਸ਼ ਵੈਲਿਊ ਬਣਨ ਤੋਂ ਬਾਅਦ ਜਾਂ ਜਦੋਂ ਵੀ ਡੈਥ ਹੁੰਦੀ ਹੈਗੀ ਤਾਂ ਉਹ ਜਿਹੜੀ ਜਿੱਡੀ ਰਕਮ ਮਿਲਦੀ ਹੈ ਉਹ ਮੇਰੇ ਬੈਨੀਫੀਸ਼ੀਅਰਸ ਨੂੰ ਮਿਲ ਗਈ। ਹੁਣ ਮੇਰੇ ਬੈਨੀਫੀਸ਼ੀਅਰਸ ਐਟਲੀਸਟ ਮੇਰੀ ਫਿਊਨਰਲ ਦੇ ਉੱਤੇ ਜਾਂ ਮੇਰੀ estate ਨੂੰ ਜਿਹੜਾ ਪ੍ਰੋਬੇਟ ਦੇ ਉੱਤੇ ਜਿਹੜਾ ਜਾਂ ਮੇਰੀਆਂ ਕੋਈ ਦੇਣਦਾਰੀਆਂ ਹੈਗੀਆਂ ਨੇ ਐਟਲੀਸਟ ਉਹ ਤਾਂ ਪੂਰੀਆਂ ਕਰ ਸਕਦੇ। ਤੁਸੀਂ ਜਦੋਂ ਸਟੇਟ ਪਲੈਨਿੰਗ ਦੀ ਗੱਲ ਕਰਦੇ ਹੋ, ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਲਾਈਫ ਇੰਸ਼ੋਰੈਂਸ ਦੇ ਵਿੱਚ ਕੀ ਭੂਮਿਕਾ ਅਦਾ ਕਰ ਸਕਦੀ ਹੈ, ਸੋ ਜੇ ਤੁਸੀਂ ਕਹਿੰਦੇ ਹੋ ਕਿ ਸਟਾਰਟਿੰਗ ਵਿੱਚ ਹੀ ਇਹ ਚੀਜ਼ ਵੱਲ ਧਿਆਨ ਦਿੱਤਾ ਜਾਵੇ ਤਾਂ ਜ਼ਿਆਦਾ ਬੈਟਰ ਹੋ ਸਕਦਾ ਹੈ, ਪਰ ਜੇਕਰ ਹੁਣ ਕੋਈ ਏਜਡ ਪਰਸਨ ਸਾਡਾ ਪ੍ਰੋਗਰਾਮ ਦੇਖ ਰਿਹਾ, ਖਾਸ ਤੌਰ ਤੇ 70 ਜਾਂ 70+ ਤੇ ਉਹ ਚਾਹੁੰਦਾ ਹੈ ਕਿ ਸਟੇਟ ਪਲੈਨਿੰਗ ਦੇ ਵਿੱਚ ਆਪਣੀ ਲਾਈਫ ਇੰਸ਼ੋਰੈਂਸ ਨੂੰ ਵੀ ਇਨਕਲੂਡ ਕੀਤਾ ਜਾਵੇ, ਕੀ ਉਹ ਕਰ ਸਕਦਾ ਆ ਜਾਂ ਸਮਾਂ ਲੰਘ ਚੁੱਕਿਆ? ਨਹੀਂ, ਡੈਫੀਨਿਟਲੀ ਸਮਾਂ ਨਹੀਂ ਲੰਘਿਆ ਜੀ, ਬਿਲਕੁਲ ਸਹੀ ਸਮਾਂ ਹੈਗਾ ਜੀ, ਕਿਉਂਕਿ ਸਟਿਲ ਦੇ ਆਰ ਹੈਲਦੀ, ਅਗਰ ਹੈਲਦੀ ਨਹੀਂ ਵੀ ਹੈਗੇ ਈਵਨ ਦੈਨ ਦੇ ਕੈਨ ਗੈਟ ਦਾ ਇੰਸ਼ੋਰੈਂਸ, ਲੇਕਿਨ ਇਹ ਹੈਗਾ ਕਿ ਇੱਕ ਪਾਰਟਿਕੂਲਰ ਏਜ ਹੈਗੀ ਜਿਸ ਤੋਂ ਬਾਅਦ ਫਿਰ ਇੰਸ਼ੋਰੈਂਸ ਵੀ ਡਨ ਹੋ ਜਾਂਦੀ ਹੈ, ਫਿਰ ਇੰਸ਼ੋਰੈਂਸ ਵੀ ਨਹੀਂ ਮਿਲਦੀ ਹੈਗੀ। ਯਾਨੀ ਕਿ ਹੁਣ ਫॉर ਐਗਜ਼ਾਮਪਲ ਅਗਰ ਹੈਲਦੀ ਪਰਸਨ ਹੈ 84 ਤੋਂ ਬਾਅਦ ਉਹਨੂੰ ਇੰਸ਼ੋਰੈਂਸ ਨਹੀਂ ਮਿਲੇਗੀ। ਹੁਣ 84 ਜਾਂ 85 ਤੋਂ ਬਾਅਦ ਅਗਰ ਉਹ ਚਾਹੁੰਦਾ ਹੈਗਾ ਕਿ ਸਟਿਲ ਮੇਰੀਆਂ ਲਾਇਬਿਲਿਟੀਜ਼ ਹੈਗੀ ਔਰ ਮੇਰੇ ਕੋਲ ਸੰਪत्ति ਹੈਗੀ, ਆਈ ਵਾਂਟ ਟੂ ਟ੍ਰਾਂਸਫਰ ਔਰ ਮੇਰੇ ਬੱਚਿਆਂ ਨੂੰ ਸਭ ਬੋਝ ਨਾ ਪਵੇ, ਤਾਂ ਫਿਰ ਬਹੁਤ ਲੇਟ ਹੈਗਾ। ਪਰ 70 doesn't mean ਕਿ ਬਹੁਤ ਲੇਟ ਏਜ ਹੈਗੀ, ਦਿਸ ਇਜ਼ ਦ ਰਾਈਟ ਟਾਈਮ ਕਿ ਦੇ ਸ਼ੁੱਡ ਥਿੰਕ ਆਫ ਐਟਲੀਸਟ ਇੱਕ ਐਸਾ ਅਰੇਂਜਮੈਂਟ ਜਿਹਦੇ ਨਾਲ ਕਿ ਉਹਨਾਂ ਦੇ ਬੈਨੀਫੀਸ਼ੀਅਰਸ ਨੂੰ ਇਹ ਸਟ੍ਰੈਸ ਨਾ ਝੱਲਣਾ ਪਵੇ ਕਿ ਹੁਣ ਰਕਮ ਕਿੱਥੋਂ ਆਏਗੀ। ਬਿਲਕੁਲ, ਕਿਉਂਕਿ ਤਰਨ ਜੀ ਆਈ ਕੈਨ ਫੀਲ ਕਿ ਜਿੱਦਾਂ ਦੇ ਹੁਣ ਪ੍ਰਾਪਰਟੀ ਦੇ ਰੇਟਸ ਵਧੇ ਨੇ, estate ਦੇ ਜਿਹੜੀਆਂ ਆਪਣੇ ਲਾਇਬਿਲਿਟੀਜ਼ ਹੈਗੀਆਂ ਜਾਂ ਕੈਪੀਟਲ ਗੇਨ ਟੈਕਸਿਸ ਆ ਬਹੁਤ ਜ਼ਿਆਦਾ ਹਾਈ ਹੋਣਗੇ, ਕਿਉਂਕਿ ਐਪਰੀਸੀਏਸ਼ਨ ਜਿਸ ਤਰੀਕੇ ਨਾਲ ਹੋਈ ਹੈ ਵੀ ਅਗਰ 2 ਲੱਖ ਦੀ ਚੀਜ਼ 8 ਲੱਖ ਦੀ ਹੋ ਗਈ ਹੈ ਤਾਂ 6 ਲੱਖ ਦਾ ਜਿਹੜਾ ਹੈਗਾ ਉਹ 3 ਲੱਖ ਤੁਹਾਨੂੰ ਪੇ ਕਰਨਾ ਪਵੇਗਾ। ਸੋ ਇਟਸ ਟੂ ਮੱਚ। ਬਿਲਕੁਲ, ਸੋ ਇਸ ਕਰਕੇ ਹੈਗਾ ਕਿ ਇਟ ਇਜ਼ ਬੈਟਰ ਅੱਜ ਦੀ ਡੇਟ ਦੇ ਵਿੱਚ ਕਿ ਅਗਰ ਉਹਨਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈਗੇ ਦੇ ਕੈਨ ਥਿੰਕ ਆਫ ਇੰਸ਼ੋਰੈਂਸ। ਬਿਲਕੁਲ, ਲਗਭਗ ਸਾਡਾ ਸਮਾਂ ਵੀ ਹੁਣ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਜੀ, ਜਿੱਦਾਂ ਮੈਂ ਹਰ ਵਾਰ ਮੈਸੇਜ ਦਿੰਦਾ ਹੁੰਦਾ ਕਿ ਇਹ ਜਿਹੜੇ ਮੁੱਦੇ ਹੈਗੇ ਨੇ, ਵਿਲ ਹੋ ਗਈ ਹੈਗੀ ਆ, ਪਾਵਰ ਆਫ ਅਟਾਰਨੀ ਹੈਗੀ ਆ, ਪ੍ਰੋਬੇਟ ਹੈਗੀ ਆ, ਆਪਾਂ ਇਸ ਚੀਜ਼ ਨੂੰ ਸਮਝਦੇ ਜ਼ਰੂਰ ਹੈਗੇ ਆ, ਲੇਕਿਨ ਫਿਰ ਵੀ ਕਿਸੇ ਜਗ੍ਹਾ ਤੋਂ ਕੁਝ ਜਾਂ ਝਿਜਕ 'ਚ ਹੁੰਦੇ ਕਿ ਇਹ ਕਦੋਂ ਸ਼ੁਰੂਆਤ ਕੀਤੀ ਜਾਵੇ, ਤਾਂ ਮੇਰੇ ਖਿਆਲ ਨਾਲ ਜਿੰਨੀ ਜਲਦੀ ਅਸੀਂ ਇਸ ਬਾਰੇ ਸ਼ੁਰੂਆਤ ਕਰ ਸਕਦੇ ਹੈਗੇ ਆ, ਦੈਟਸ ਅ ਰਾਈਟ ਟਾਈਮ, ਬਿਕੋਜ਼ ਲਾਈਫ ਇਜ਼ ਸੋ ਅਨਸਰਟਨ ਕਿ ਅਗਰ ਜਾਣ ਤੋਂ ਬਾਅਦ ਕੋਈ ਡਿਸੀਜਨ ਹੋ ਸਕਦਾ ਹੁੰਦਾ ਤੇ ਸ਼ਾਇਦ ਲੈਣਾ ਸੌਖਾ ਹੁੰਦਾ, ਪਰ ਜਿਹੜਾ ਬੰਦਾ ਚਲਾ ਜਾਂਦਾ ਉਸ ਤੋਂ ਬਾਅਦ ਡਿਸੀਜਨ ਕੋਈ ਨਹੀਂ ਲਿਆ ਜਾ ਸਕਦਾ, ਫਿਰ ਵੀ ਹੈਵ ਟੂ ਡੀਲ ਵਿਦ ਦੈਟ ਡਿਸੀਜਨ। ਇਸ ਕਰਕੇ ਮੇਰੀ ਅਪੀਲ ਤੇ ਹੈਗੀ ਕਿ ਅਗਰ ਕਿਸੇ ਵੀ ਲਾਇਰ ਦੇ ਨਾਲ ਮਿਲ ਕੇ, ਜਿਹੜੇ ਵੀ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਡੂ ਡਿਸਕਸ ਵਿਦ ਦੈਮ ਕਿ ਮੈਂ ਆਪਣੀ ਵਿਲ ਜਾਂ ਪਾਵਰ ਆਫ ਅਟਾਰਨੀ ਜਾਂ ਫਿਰ ਪ੍ਰੋਬੇਟ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦਾ। ਤੁਹਾਨੂੰ ਕਦੋਂ ਕਿਵੇਂ ਕਿੱਥੇ ਕੰਟੈਕਟ ਕੀਤਾ ਜਾ ਸਕਦਾ? ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਡਾ ਡਾਇਰੈਕਟ ਨੰਬਰ ਹੈਗਾ 4167260307 ਜਾਂ ਫਿਰ ਈਮੇਲ ਕਰ ਸਕਦੇ ਹੋ info@truepax.ca। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਲੇਟੈਸਟ ਜਾਣਕਾਰੀ ਦੇਣ ਲਈ। ਥੈਂਕ ਯੂ ਮੈਮ ਜੀ, ਥੈਂਕ ਯੂ। ਸੋ ਕੋਈ ਵੀ ਹੁਣ ਫਾਈਨੈਂਸ਼ੀਅਲ ਐਡਵਾਈਸ ਚਾਹੀਦੀ ਹੈ ਜਾਂ ਫਿਰ ਤੁਸੀਂ ਵਿਲ ਦੇ ਬਾਰੇ ਜਾਂ ਤੁਸੀਂ ਜਾਣਨਾ ਚਾਹੁੰਦੇ ਹੋ, ਪ੍ਰੋਬੇਟ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਸੋ ਤੁਸੀਂ ਮਿਸਟਰ ਵਿਕਰਮ ਜੰਜੂਆ ਨੂੰ ਕੰਟੈਕਟ ਕਰ ਸਕਦੇ ਹੋ। ਡਿਟੇਲਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।